ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਦਸਮ ਗੁਰੂ ਸਾਹਿਬਾਨ ਸਾਹਿਬ ਜ਼ੋਰਾਵਰ ਸਿੰਘ, ਸਾਹਿਬ ਫਤਿਹ ਸਿੰਘ ਮਹਾਰਾਜ, ਕਿਰਪਾ ਕਰਨੀ, ਨਜ਼ਰ ਕਰਨੀ ਮਹਾਰਾਜ, ਸੁਰਤ ਔਰ ਸ਼ਬਦ ਦਾ ਮੇਲ ਬਖਸ਼ਣਾ ਹਜੂਰ। ਹਵਾਏ ਬੰਦਗੀ ਅਬਰ ਦਰ ਵਜੂਦ ਮਰਾ, ਵਗਰਨਾ ਜ਼ੌਕੇ ਚੁਨੀ ਆਮदैन ਨਮੂਦ ਮਰਾ। ਇੱਕ ਦੁਖ ਰਾਮ ਰਾਏ ਕਾਟੋ ਮੇਰਾ, ਇੱਕ ਦੁਖ ਰਾਮ ਰਾਏ ਕਾਟੋ ਮੇਰਾ, ਦੇਹ ਅਗਨ ਗਰਭ ਬਸੇਰਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਓਂਕਾਰ ਦੀ ਬਾਣੀ ਦੀ ਅਸੀਂ ਵਿਚਾਰ ਆਰੰਭ ਕੀਤੀ ਹੈ। 2 ਪਾੜੀਆਂ ਅਸੀਂ ਕਰ ਚੁੱਕੇ ਹਾਂ। ਰਾਮਕਲੀ ਦੱਖਣੀ ਰਾਗ ਵਿੱਚ ਦਰਜ ਹੈ ਬਾਣੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ। ਓਂਕਾਰੇਸ਼ਵਰ ਮੰਦਿਰ ਦੇ ਪੁਜਾਰੀ ਤੇ ਹੋਰ ਸਿਆਣਿਆਂ ਨੂੰ ਵਾਰਤਾਲਾਪ ਹੈ ਨਿਰੰਕਾਰ ਬਾਰੇ। ਸ੍ਰਿਸ਼ਟੀ ਦੀ ਉਤਪੱਤਾ ਦੀ ਗੱਲ ਚਲਾਈ ਹੈ, ਕਿਵੇਂ ਸ੍ਰਿਸ਼ਟੀ ਬਣੀ ਹੈ। ਪੰਡਤ ਨੇ ਆਪਣੀ ਗੱਲ ਚਲਾਈ ਹੈ। ਪੰਡਤ ਉੱਥੇ ਤਖਤੀ ਤੇ ਉੱਪਰ ਲਿਖਦਾ ਹੈ ਓਮਕਾਰ ਨਵਾਂ, ਔਰ ਲੋਕਾਂ ਨੂੰ ਇਹ ਦੱਸਦਾ ਹੈ ਕਿ ਇਹ ਨਿਰੰਕਾਰ ਹੈ, ਇਸ ਨੂੰ ਮੱਥਾ ਟੇਕੋ, ਇਹ ਰੱਬ ਹੈ ਦੁਨੀਆ ਦਾ। ਇਹਨਾਂ ਗੱਲਾਂ ਦੇ ਬਾਰੇ ਵਿਚਾਰ ਕਰਦੇ ਗੁਰੂ ਨਾਨਕ ਸਾਹਿਬ ਨੇ 2 ਬਾਣੀਆਂ ਪ੍ਰਤੱਖ ਕੀਤੀਆਂ ਹਨ। ਓਂਕਾਰ ਕੀ ਹੈ, ਔਰ ਸਾਨੂੰ ਸਾਰਿਆਂ ਨੂੰ ਉਪਦੇਸ਼ ਕੀਤਾ ਹੈ। ਪਾਂਡੇ ਕਿਉਂ ਲਿਖੇ ਜੰਜਾਲਾ, ਰਾਮ ਨਾਮ ਲਿਖ ਰਾਮ ਨਾਮ ਗੋਬਿੰਦ ਗੋਪਾਲਾ। ਗੁਰੂ ਨਾਨਕ ਸਾਹਿਬ ਮਹਾਰਾਜ ਨਿਰੰਕਾਰ ਦੀ ਹਜ਼ੂਰੀ ਵਿੱਚ, ਨਿਰੰਕਾਰ ਦੇ ਧਿਆਨ ਵਿੱਚ, ਨਿਰੰਕਾਰ ਦੀ ਨੂੰ ਜੀ ਰਹੇ ਹਨ, ਔਰ ਉਹ ਐਕਸਪੀਰੀਅੰਸ ਪ੍ਰਤੱਖ ਹੈ। ਉਹਦੇ ਲਈ ਕਿਸੇ ਕਿਤਾਬ ਨੂੰ ਦੇਖ ਕੇ ਵਾਰਤਾਲਾਪ ਨਹੀਂ ਕਰਨੀ ਪੈਂਦੀ ਹੈ। ਔਰ ਅਗਰ ਕੁਝ ਗਲਤ ਦਿਖਦਾ ਹੈ ਤੇ ਮਹਾਰਾਜ ਉਸ ਨੂੰ ਉਸੇ ਵੇਲੇ ਉਸ ਗਲਤ ਨੂੰ ਸਾਹਮਣੇ ਦੱਸਦੇ ਹਨ। ਅੱਜ ਦੀ ਇਹ ਪੌੜੀ ਕੁਝ ਕਾਰਨਾਂ ਕਰਕੇ ਅਹਿਮ ਹੈ। ਧਰਮ ਕੀ ਹੈ, ਮਨ ਨੂੰ ਕਿਵੇਂ ਸਥਿਰ ਕੀਤਾ ਜਾ ਸਕਦਾ ਹੈ। ਔਰ ਅਸੀਂ ਇਹ ਨਰਕ ਔਰ ਸਵਰਗ ਦੀ ਗੱਲ ਜਦੋਂ ਚਲਾਉਂਦੇ ਹਾਂ ਤੇ ਇਹਦੀ ਕੀ ਵਿਚਾਰ ਬਣਦੀ ਹੈ। ਆਸਾ ਦੀ ਵਾਰ ਦੀ ਬਾਣੀ ਵਿੱਚ ਅਸੀਂ ਕਈ ਚੀਜ਼ਾਂ ਜਦੋਂ ਵਿਚਾਰੀ ਤਾਂ ਸਾਨੂੰ ਸਮਝ ਆਇਆ ਕਿ ਗੁਰੂ ਨੇ ਯੁੱਗਾਂ ਦੀ ਗੱਲ ਇੱਕ ਨਿਰਾਲੇ ਤਰੀਕੇ ਨਾਲ ਕੀਤੀ ਹੈ। ਕਲਯੁਗ ਹੈ, ਸਤਯੁਗ ਹੈ, ਦੁਆਪਰ ਹੈ, ਉਸ ਨੂੰ ਸਮੇਂ ਨਾਲ ਨਾ ਬੰਨ੍ਹ ਕੇ ਮਨ ਨਾਲ ਬੰਨ੍ਹਿਆ ਹੈ। ਅੱਜ ਨਰਕ ਸਵਰਗ ਦੀ ਵੀ ਗੱਲ ਚੱਲਦੀ ਹੈ। ਅਸੀਂ ਆਪਣੇ ਜੀਵਨ ਔਰ ਇਨਵਾਇਰਮੈਂਟ ਨੂੰ ਕਿਵੇਂ ਕੰਡਿਊਸਿਵ ਕਰ ਸਕਦੇ ਹਾਂ, ਕਿਵੇਂ ਇਹ ਇਨਵਾਇਰਮੈਂਟ ਸਾਨੂੰ ਸੁਖੀਲਾ ਜੀਵਨ ਬਖਸ਼ ਸਕਦਾ ਹੈ। ਇਹ ਗੱਲ ਅੱਜ ਇਸ ਪੌੜੀ 'ਚ ਵਿਚਾਰੀ ਜਾਏਗੀ। ਧਰਮ ਦੇ ਕਰਕੇ ਅਸੀਂ ਲੋਕ ਲੜਨ ਨੂੰ ਤਾਂ ਬੜੀ ਜਲਦੀ ਤਿਆਰ ਹੋ ਜਾਂਦੇ ਹਾਂ, ਪਰ ਅਗਰ ਕਿਸੇ ਨੂੰ ਪੁੱਛਿਆ ਜਾਏ ਧਰਮ ਕੀ ਹੈ
ਤਾਂ ਮੈਨੂੰ ਲੱਗਦਾ ਹੈ ਬਹੁਤ ਥੋੜ੍ਹਿਆਂ ਕੋਲ ਜਵਾਬ ਹੋਏਗਾ। ਮਹਾਨ ਕੋਸ਼ ਵਿੱਚ ਧਰਮ ਦੇ 13 ਅਰਥ ਦਿੱਤੇ ਨੇ। ਧਰਮ ਸ਼ਬਦ ਦੀ ਸਾਨੂੰ ਬਾਣੀ ਵਿੱਚ ਕਈ ਜਗ੍ਹਾ ਦਰਸ਼ਨ ਮਿਲਦੇ ਹਨ, ਔਰ ਉਹਦੇ ਵਿੱਚ ਗੁਰੂ ਸਾਹਿਬ ਨੇ ਸਾਨੂੰ ਸੁਖੇਲੇ ਤਰੀਕੇ ਨਾਲ ਧਰਮ ਦਾ ਇੱਕ ਦ੍ਰਿਸ਼ਟੀਕੋਣ ਪ੍ਰਗਟ ਕੀਤਾ ਹੈ, ਇੱਕ ਵਿਊ ਪੁਆਇੰਟ ਪ੍ਰਗਟ ਕੀਤਾ ਹੈ। ਗੱਲ ਵੈਸੇ ਵਿਚਾਰਨ ਵਾਲੀ ਇਸ ਕਰਕੇ ਹੈ ਕਿਉਂਕਿ ਮੈਂ ਅਗਰ ਧਰਮ ਕਮਾਉਣਾ ਹੈ ਤਾਂ ਕਿਵੇਂ ਕਮਾਉਣਾ ਹੈ, ਇਹ ਇਸ ਪੌੜੀ 'ਚ ਵਿਚਾਰਿਆ ਜਾ ਰਿਹਾ ਹੈ। ਮਨ ਨੂੰ ਖੜੇ ਕਰਨ ਬਾਰੇ, ਮਨ ਨੂੰ ਥਿਰ ਕਰਨ ਬਾਰੇ ਬਾਣੀ ਵਿੱਚ ਕਈ ਜਗ੍ਹਾ ਵਿਊ ਪੁਆਇੰਟਸ ਦਿੱਤੇ ਹਨ, ਪਰ ਅਸੀਂ ਉਹਨਾਂ 'ਤੇ ਇੰਨਾ ਗੌਰ ਨਹੀਂ ਕਰਦੇ ਹਾਂ। ਜਿਵੇਂ 38ਵੀਂ ਪੌੜੀ ਵਿੱਚ ਅਹਿਰਨ ਮਤ ਕਿਹਾ ਹੈ। ਅਹਿਰਨ ਜੋ ਹੈਮਰ ਸਮਿਥ ਦੀ ਐਨਵਲ ਹੁੰਦੀ ਹੈ, ਉਹਦੇ ਵਰਗੀ ਠੋਸ ਮਤ ਦਾ ਮਨ ਦੀ ਸਟੈਬਿਲਿਟੀ ਨਾਲ ਵਿਚਾਰ ਰੱਖੀ ਹੈ, ਸਾਂਝੀ ਕੀਤੀ ਹੈ। ਮਨ ਚੂਰੇ ਘਟ ਦਰਸ਼ਨ ਜਾਨ, ਥਿਰ ਗਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਐ ਮਨ ਚਲਤਿਓ ਮਨ ਰਾਖੇ, ਅੰਮ੍ਰਿਤ ਚਾਖੇ। ਇਹ ਸਭ ਗੱਲਾਂ ਮਨ ਦੇ ਚਲਦੇ ਹੋਏ ਨੇਚਰ ਤੋਂ ਤਿਆਗਣ ਦੀ ਔਰ ਉਸ ਤੋਂ ਪਰੇ ਜਾਣ ਦੀ ਪ੍ਰੇਰਨਾ ਹੈ ਸਾਨੂੰ। ਬਾਣੀ ਕਈ ਵਾਰ ਇਹਨਾਂ ਵਿਚਾਰਾਂ ਨੂੰ ਕਈ ਜਗ੍ਹਾ ਤੇ ਪ੍ਰਗਟ ਕਰਦੀ ਹੈ, ਔਰ ਜਿਤਨੀ ਅਸੀਂ ਇਸ ਚੀਜ਼ ਨੂੰ ਇੰਪੋਰਟੈਂਸ ਦੇ ਸਕਦੇ ਹਾਂ, ਮੈਨੂੰ ਲੱਗਦਾ ਹੈ ਉਨੀ ਘੱਟ ਹੈ। 3 ਚੀਜ਼ਾਂ ਧਰਮ ਕਮਾਉਣ ਦੇ ਵਿਘਨ ਵਿੱਚ ਪੈਂਦੀਆਂ ਹਨ, ਔਰ ਉਸ ਤੋਂ ਸਭ ਤੋਂ ਪਹਿਲਾਂ ਹੈ ਵੇਵਰਿੰਗ ਮਾਈਂਡ। ਜਦੋਂ ਮਾਈਂਡ ਵੇਵਰ ਕਰਦਾ ਹੈ, ਜਿਸ ਤਰ੍ਹਾਂ ਮਹਾਰਾਜ ਦੱਸਦੇ ਸਨ ਕਿ ਮੈਂ ਤੇਰੇ ਨਾਲ ਕਿਵੇਂ ਨਮਾਜ਼ ਪੜ੍ਹਾਂਗਾ, ਤੂੰ ਤਾਂ ਕਾਬਲ ਘੋੜੇ ਵੇਚਣ ਗਿਆ। ਇਸੇ ਤਰ੍ਹਾਂ ਮੇਰਾ ਮਨ ਵੀ ਘੋੜੇ ਵੇਚਣ ਜਾਂਦਾ ਹੈ ਜਦੋਂ ਮੈਨੂੰ ਅਰਾਧਨਾ ਕਰਨੀ ਹੈ, ਜਦੋਂ ਅਭਿਆਸ ਕਰਨਾ ਹੈ, ਜਦੋਂ ਨਾਮ ਜਪਣਾ ਹੈ। ਦੂਸਰਾ ਹੈ ਆਲਸ, ਔਰ ਤੀਸਰਾ ਹੈ ਰੋਗ। ਅਗਰ ਮੇਰੇ ਸਰੀਰ 'ਚ ਰੋਗ ਹੋਏਗਾ ਤਾਂ ਨਾਮ ਅਭਿਆਸ 'ਚ ਵਿਘਨ ਪਏਗਾ। ਆਲਸੀ ਆਦਮੀ ਐਫਰਟ ਘੱਟ ਕਰਦਾ ਹੈ, ਔਰ ਧਰਮ ਵਾਸਤੇ ਮੇਰਾ ਐਫਰਟ ਬਹੁਤ ਜ਼ਰੂਰੀ ਹੈ, ਕਿਉਂਕਿ ਮੈਂ ਆਪਣੇ ਘੋੜੇ ਦੌੜਾ ਰਿਹਾ ਹਾਂ। ਮੇਰਾ ਮਨ ਤਾਂ ਦੌੜ ਰਿਹਾ ਹੈ, ਔਰ ਉਸ ਮਨ ਦੀ ਐਨਰਜੀ ਮੈਂ ਹੀ ਦੇ ਰਿਹਾ ਹਾਂ। ਇਹ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਔਰ ਮੇਰਾ ਮਨ 2 ਵੱਖਰੀ ਚੀਜ਼ਾਂ ਹਨ। ਇਹਦੇ ਵਾਸਤੇ ਧਿਆਨ ਜ਼ਰੂਰੀ ਹੈ ਤਾਂ ਕਿ ਗਿਆਨ ਹੋ ਜਾਏ ਕਿ ਮੈਂ ਮਨ ਨਹੀਂ ਹਾਂ, ਮੈਂ ਮਨ ਤੋਂ ਕੁਝ ਵੱਖਰਾ ਹਾਂ। ਮਨ ਚਲਦਾ ਹੋਇਆ ਮਨ ਮੈਂ ਨਹੀਂ ਹਾਂ। ਆਓ ਅਸੀਂ ਇਸ ਪੌੜੀ ਨੂੰ ਪੜ੍ਹੀਏ, ਰਹਾਉ ਦੀ ਤੁਕ ਨਾਲ ਪੜ੍ਹਾਂਗੇ। ਗੁਰੂ ਸਾਹਿਬ ਨਾਲ ਬੈਠ ਕੇ ਕੁਝ ਚਿਰ ਉਹਨਾਂ ਦੇ ਸ਼ਬਦਾਂ ਨੂੰ ਵਿਚਾਰਦੇ ਹਾਂ। ਮਹਾਰਾਜ ਕੀ ਕਹਿਣਾ ਚਾਹੁੰਦੇ ਹਨ, ਉਹ ਤਾਂ ਮੇਰਾ ਵਰਗਾ ਮੂਰਖ ਕਦੇ ਵੀ ਨਹੀਂ ਦੱਸ ਸਕਦਾ ਹੈ, ਪਰ ਯਤਨ ਕਰਾਂਗੇ। ਆਸ ਔਰ ਅਰਦਾਸ ਇਹੀ ਹੈ ਕਿ ਇਹਨਾਂ ਸ਼ਬਦਾਂ ਨੂੰ ਵਿਚਾਰਦੇ ਕਿਧਰੇ ਮਨ ਸ਼ੁੱਧ ਹੋ ਜਾਏ, ਨਿਰੰਕਾਰ ਵੱਲ ਪੈਰ ਟੁਰ ਪੈਣ। ਧੰਨਵਾਦ। ਵਾਹਿਗੁਰੂ ਜੀ। ਸੁਣ ਪਾਂਡੇ ਕਿਆ ਲਿਖੋ ਜੰਜਾਲਾ, ਲਿਖ ਰਾਮ ਨਾਮ ਗੁਰਮੁਖ ਗੋਪਾਲਾ। ਰਹਾਉ ਤੱਦੈ ਧਰਮ ਧਰੇ ਧਰਮਾਪੁਰ, ਗੁਣਕਾਰੀ ਮਨ ਧੀਰਾ। ਤੱਦੈ ਧੂਲ ਪੜੈ ਮੁਖ ਮਸਤਕ, ਕੰਚਨ ਪਏ ਮਨੂਰਾ। ਤਨ ਧਰਣੀ ਧਰ ਆਪ ਅਜੋਨੀ,
तोल बोल सच पूरा, करते कीमत करता जाने, कह जाने गुर सूरा। करते कीमत करता जाने, कह जाने गुर सूरा। ਵਾਹਿਗੁਰੂ ਜੀ। ਧੰਨਵਾਦ ਭਾਈ ਸਾਹਿਬ, ਧੰਨਵਾਦ ਭਾਈ ਸਾਹਿਬ। ਸੁਣ ਪਾਂਡੇ ਕਿਆ ਲਿਖੋ ਜੰਜਾਲਾ, ਲਿਖ ਰਾਮ ਨਾਮ ਗੁਰਮੁਖ ਗੋਪਾਲਾ। ਪੰਡਤ ਦੇ ਨਾਲ ਹੋਰ ਵੀ ਉੱਥੇ ਗਿਆਨੀ ਲੋਕ ਹੋਣਗੇ ਜਿਨ੍ਹਾਂ ਨੂੰ ਮਹਾਰਾਜ ਨੇ ਬੈਠ ਕੇ ਸਭਾ 'ਚ ਸੰਕੇਤ ਕੀਤਾ ਹੈ। 50 ਤੋਂ ਉੱਪਰ ਪੌੜੀਆਂ ਇਸ ਬਾਣੀ 'ਚ ਹੈਗੀਆਂ। ਲੰਬਾ ਵਾਰਤਾਲਾਪ ਹੈ। ਲਾਜ਼ਮੀ ਹੈ ਕਿ ਉੱਥੇ ਉਹ ਲੋਕ ਹੋਣਗੇ ਕੁਝ ਜੋ ਜਗਿਆਸੂ ਹੋਣਗੇ, ਗੁਰੂ ਮਹਾਰਾਜ ਤੋਂ ਸਮਝਣਾ ਚਾਹੁੰਦੇ ਹਨ ਜੀਵਨ ਕੀ ਹੈ। ਅਸੀਂ ਸਾਰੇ ਹੀ ਭਟਕੇ ਹੋਏ ਹਾਂ ਜੀਵਨ 'ਚੋਂ। ਰਾਹ ਕੀ ਹੈ ਸਮਝ ਨਹੀਂ ਆਉਂਦਾ ਹੈ। ਕਈ ਗਿਆਨੀ ਮਿਲਦੇ ਹਨ, ਹਰ ਜਨਾ ਹੀ ਐਕਸਪਰਟ ਹੈ ਇੱਥੇ। ਭਟਕੇ ਹੋਏ ਨੂੰ ਕਿਵੇਂ ਜੀਵਨ ਦਾ ਰਾਹ ਮਿਲੇ। ਗੁਰਬਾਣੀ, ਗੁਰੂ ਨਾਨਕ ਸਾਹਿਬ, ਗੁਰੂ ਗ੍ਰੰਥ ਸਾਹਿਬ ਇਹ ਵਿਚਾਰ ਨੂੰ ਸਾਨੂੰ ਸੇਧ ਦਿੰਦੀ ਹੈ, ਸਾਡੀ ਥਿੰਕਿੰਗ ਨੂੰ ਠੀਕ ਕਰਦੀ ਹੈ। ਅਲਟੀਮੇਟਲੀ ਧਰਮ ਕਮਾਉਣਾ ਕਿਸ ਤਰ੍ਹਾਂ ਹੈ। ਜਿਸ ਨੂੰ ਸਭ ਸਮਝ ਆ ਗਿਆ, ਉਸ ਗਿਆਨ ਨੂੰ ਉਸਨੇ ਅਸਿਮੀਲੇਟ ਕਰਕੇ ਜੀਵਨ ਦਾ ਬਣਾਇਆ ਕੀ। ਕਿਉਂਕਿ ਅਗਰ ਇਹ ਸਿਰਫ ਗਿਆਨ ਦੀ ਪੱਧਰ ਤੇ ਗਿਆਨ ਹੀ ਰਹਿ ਗਿਆ ਤਾਂ ਇਸ ਤੇ ਬਹਿਸ ਹੀ ਚੱਲਦੀ ਰਹੇਗੀ, ਹੋਰ ਕੀ ਨਿਕਲੇਗਾ। ਭਗਤ ਕਬੀਰ ਨੇ ਬੜੀ ਪਿਆਰੀ ਗੱਲ ਕੀਤੀ ਹੈ, ਵੇਦ ਕਤੇ ਬਿਫਤਰਾ ਪਾਈ, ਦਿਲ ਕਾ ਫਿਕਰ ਨਾ ਜਾਏ। ਇੱਕ ਗਿਆਨੀ ਵੇਦ ਪੜ੍ਹਦਾ ਹੈ, ਦੂਸਰਾ ਕਤੇਬ ਪੜ੍ਹਦਾ ਹੈ, ਉਸ 'ਤੇ ਫਿਰ ਬਹਿਸ ਹੁੰਦੀ ਹੈ, ਪਰ ਇਹ 'ਚ ਨਿਚੋੜ 'ਚ ਲੱਭਦਾ ਕੀ ਹੈ। ਮਹਾਰਾਜ ਕਹਿੰਦੇ ਫਿਰ ਦਿਲ ਦਾ ਫਿਕਰ ਤਾਂ ਗਿਆ ਨਹੀਂ, ਫਿਰ ਇਹ ਕਾਹਦੇ ਵਾਸਤੇ ਸਭ ਕੁਝ ਕੀਤਾ ਹੈ। ਮੈਨੂੰ ਇਹ ਲੱਗਦਾ ਹੈ ਕਿ ਲਾਰਜ ਪੋਰਸ਼ਨ ਵਿੱਚ ਅਸੀਂ ਲੋਕ ਧਰਮ ਦਾ ਇਹੀ ਕਰਦੇ ਹਾਂ, ਇੱਕ ਬਹਿਸ ਦਾ ਮੁੱਦਾ ਬਣਾ ਦਿੰਦੇ ਹਾਂ ਧਰਮ ਨੂੰ। ਨਾ ਤਾਂ ਉਸ ਨੂੰ ਜਾਣਦੇ ਹਾਂ, ਨਾ ਉਸ ਨੂੰ ਕਮਾਉਂਦੇ ਹਾਂ। ਕੇਵਲ ਆਪਣੇ ਆਪ ਨੂੰ ਧੋਖਾ ਦੇਣ ਦਾ ਇੱਕ ਨਵਾਂ ਤਰੀਕਾ ਲੱਭ ਲਿਆ ਹੈ। ਸਾਰਿਆਂ ਨੇ ਹੀ ਅਸੀਂ ਕੀਤਾ ਹੈ। ਮੈਂ ਕਿਸੇ ਨੂੰ ਕੀ ਕਵਾਂ ਕਿ ਕੋਈ ਸਿੱਖ ਹੈ, ਹਿੰਦੂ ਹੈ, ਈਸਾਈ ਹੈ, ਕਿਉਂਕਿ ਸਾਨੂੰ ਆਪਣੀ ਹਉਮੈ ਬੜੀ ਪਿਆਰੀ ਹੈ। ਔਰ ਜਦੋਂ ਕਿਸੇ ਨੇ ਸਾਨੂੰ ਧਰਮ ਬਾਰੇ ਦੱਸਿਆ ਤਾਂ ਅਸੀਂ ਉਸ ਧਰਮ ਨੂੰ ਹਉਮੈ ਨਾਲ ਜੋੜ ਲਿਆ, ਤਾਂ ਉਹ ਵਿਵਾਦ ਦਾ ਕਾਰਨ ਬਣ ਗਿਆ। ਇਹ ਮੇਰਾ ਧਰਮ, ਉਹ ਤੇਰਾ ਧਰਮ। ਹੁਣ ਤਾਂ ਗੁਰਦੁਆਰੇ ਵੀ ਵੱਖ-ਵੱਖ ਹੋ ਗਏ ਨੇ। ਕੋਈ ਜੱਟਾਂ ਦਾ ਗੁਰਦੁਆਰਾ ਹੈ, ਕੋਈ ਰਾਮਗੜੀਆਂ ਦਾ ਗੁਰਦੁਆਰਾ ਹੈ। ਇਹ ਮੇਰਾ ਗੁਰਦੁਆਰਾ, ਉਹ ਤੇਰਾ ਗੁਰਦੁਆਰਾ। ਕੌਮ ਵਿੱਚ ਇਹ ਵੰਡੀਆਂ ਪਾਉਣ ਦਾ ਕਾਰਨ, ਪੰਥ ਵਿੱਚ ਇਹ ਵੰਡੀਆਂ ਪਾਉਣ ਦਾ ਕਾਰਨ ਇਹੀ ਹੈ ਕਿ ਅਸੀਂ ਸਾਰੇ ਭਟਕੇ ਹੋਏ ਹਾਂ। ਸਾਨੂੰ ਧਰਮ ਦੀ ਸਮਝ ਨਹੀਂ ਆਈ ਹੈ। ਅਸੀਂ ਧਰਮ ਦੀ ਆੜ ਵਿੱਚ ਕੁਝ ਹੋਰ ਹੀ ਕਮਾ ਰਹੇ ਹਾਂ, ਆਪਣੀ ਹਉਮੈ ਨੂੰ ਵਧਾ ਰਹੇ ਹਾਂ। ਮੇਰਾ ਗੁਰਦੁਆਰਾ ਜ਼ਿਆਦਾ ਉੱਚਾ ਹੈ। ਸਾਡੇ ਇੱਥੇ ਫਰੈਂਡਸ ਕਾਲਜ ਗੁਰਦੁਆਰਾ ਹੁੰਦਾ ਸੀ, ਛੋਟਾ ਜਿਹਾ, ਬੜਾ ਪਿਆਰਾ ਸੀ। ਮਾਤਾ ਦਾ ਮੰਦਿਰ ਬਣਿਆ, ਉਹ 2 ਮੰਜ਼ਿਲ ਉੱਪਰ ਸੀ। ਤਾਂ ਫਿਰ ਕਿਸੇ ਦੀ ਈਗੋ ਹਰਟ ਹੋ ਗਈ, ਉਹ ਛੋਟਾ ਜਿਹਾ ਗੁਰਦੁਆਰਾ ਢਾਹ ਕੇ 2 ਮੰਜ਼ਿਲ ਗੁਰਦੁਆਰਾ ਬਣਾਤਾ। ਮੈਨੂੰ ਨਹੀਂ ਪਤਾ ਉਹ ਗੁਰਦੁਆਰਾ ਵਰਤਿਆ ਜਾ ਰਿਹਾ ਹੈ, ਇਤਨੀ ਜਗ੍ਹਾ ਲੋੜ ਵੀ ਹੈ ਕਿ ਨਹੀਂ ਹੈ। ਪਰ ਗੁਰਦੁਆਰਾ ਹੈ ਕੀ? ਉਹ ਹਉਮੈ ਪਕਾਉਣ ਦੇ ਕਾਰਨ ਨਹੀਂ ਹਨ। ਧਰਮ ਲੜਾਈ ਦਾ ਕਾਰਨ ਨਹੀਂ ਬਣਦਾ ਹੈ। ਅਗਰ ਧਰਮ ਨੂੰ ਜਾਣਿਆ ਜਾਏ ਤਾਂ, ਅਗਰ ਧਰਮ ਦੀ ਆੜ ਵਿੱਚ ਕੋਈ ਦੂਸਰੇ ਨੂੰ ਸਬਜੂਗੇਟ ਕਰਦਾ ਹੈ ਤਾਂ ਉਸ ਦੀ ਉਹ ਅਗਿਆਨਤਾ ਹੈ।
ਇਹਦਾ ਮਤਲਬ ਹੀ ਇਹੀ ਹੈ ਕਿ ਉਸਨੇ ਧਰਮ ਨੂੰ ਕਮਾਇਆ ਨਹੀਂ ਹੈ। ਹਾਂ, ਦੂਸਰਾ ਵਾਇਲੈਂਸ ਯੂਜ਼ ਕਰਦਾ ਹੈ ਤਾਂ ਸਾਨੂੰ ਰਾਈਟ ਹੈ ਅਸੀਂ ਆਪਣੇ ਆਪ ਨੂੰ ਡਿਫੈਂਡ ਕਰੀਏ। ਪਰ ਅੱਜ ਦੁਨੀਆ ਵਿੱਚ ਧਰਮ ਇੱਕ ਟੂਲ ਬਣ ਗਿਆ ਪੋਲਿਟਿਕਸ ਦਾ। ਪੋਲਿਟਿਕਸ ਵਰਤਦੀ ਹੈ ਧਰਮ ਨੂੰ, ਔਰ ਧਾਰਮਿਕ ਸੈਂਟਰ ਸਾਰੇ ਪੋਲੀਟੀਕਲ ਹੋ ਗਏ ਹਨ। ਸਿਆਸਤ ਹੁਣ ਪ੍ਰਧਾਨ ਹੈ, ਧਰਮ ਉਹਦੇ ਅਧੀਨ ਹੈ। ਸਿਆਸਤ ਚਲਾ ਰਹੀ ਹੈ, ਧਰਮ ਚੱਲਦਾ ਹੈ। ਇਹਦੀ ਵੀ ਨਿਸ਼ਾਨੀ ਸਾਨੂੰ ਇਹੀ ਦਿਖਣੀ ਚਾਹੀਦੀ ਹੈ ਕਿ ਅਸੀਂ ਸਾਰਿਆਂ ਨੇ ਧਰਮ ਕਮਾਇਆ ਨਹੀਂ ਹੈ, ਤਾਂ ਇਹ ਸਾਡੀ ਸੁਸਾਇਟੀ ਵਿੱਚ ਪ੍ਰੈਵਲੈਂਟ ਹੈ। ਅਗਰ ਅਸੀਂ ਧਰਮ ਨੂੰ ਕਮਾਇਆ ਹੋਏ ਤਾਂ ਇਹ ਹਾਲਾਤ ਕਿਉਂ ਹੋਣਗੇ? ਗੁਰੂ ਸਾਹਿਬ ਨੇ ਜਦੋਂ ਹਰਿਮੰਦਰ ਸਾਹਿਬ ਸਥਾਪਿਤ ਕੀਤਾ, ਉੱਥੇ ਪ੍ਰਤੱਖ ਦਰਸ਼ਨ ਦੇ ਦਿੱਤੇ ਇਸ ਪ੍ਰਿੰਸੀਪਲ ਦੇ। ਦਰਬਾਰ ਸਾਹਿਬ ਵਿੱਚ ਸਿਆਸਤ ਨਹੀਂ ਹੁੰਦੀ ਹੈ ਕਦੇ ਵੀ। ਉਹਦੇ ਲਈ ਅਕਾਲ ਤਖਤ ਅਲੱਗ ਹੈ, ਬਾਹਰ ਹੈ। ਔਰ ਦਰਬਾਰ ਸਾਹਿਬ ਵਿੱਚ ਬੈਠੇ ਹੋਏ ਅਕਾਲ ਤਖਤ ਦੇ ਦਰਸ਼ਨ ਨਹੀਂ ਹੁੰਦੇ ਹਨ। ਨਾਮ ਜਪਣ ਵਿੱਚ ਨਿਰੋਲ ਨਾਮ ਹੀ ਜਪਦਾ ਹੈ ਇਨਸਾਨ। ਅਕਾਲ ਤਖਤ ਤੋਂ ਦਰਸ਼ਨ ਹੁੰਦੇ ਹਨ ਹਰਿਮੰਦਰ ਸਾਹਿਬ ਦੇ, ਕਿਉਂਕਿ ਜਦ ਸਿਆਸਤ ਵਿੱਚ ਬੈਠਣਾ ਹੈ ਤੇ ਉਹਦਾ ਆਧਾਰ ਧਰਮ ਹੋਣਾ ਚਾਹੀਦਾ ਹੈ। ਪਰ ਸਾਡੀ ਸੁਸਾਇਟੀ ਇਸ ਵੇਲੇ ਉਲਟ ਚੱਲ ਰਹੀ ਹੈ। ਇਸੇ ਕਾਰਨ ਕਰਕੇ ਇਹ ਸਭ ਵਿਵਾਦ, ਪਰੇਸ਼ਾਨੀਆਂ, ਉਲਝਣਾ ਔਰ ਬਾਅਦ ਦਫਾ ਬੇਅਰਥ ਵੀ ਹਨ। ਬਿਨਾਂ ਕਾਰਨ ਵਿਵਾਦ ਖੜੇ ਕਰਦੇ ਹਾਂ, ਕਿਉਂਕਿ ਹਉਮੈ ਨੂੰ ਕੁਝ ਮਸਾਲਾ ਚਾਹੀਦਾ ਹੈ, ਉਹ ਅਸੀਂ ਬਣਾ ਕੇ ਰੱਖਦੇ ਹਾਂ ਤਿਆਰ। ਧਾਰਮਿਕ ਸੈਂਟਰਸ ਨੂੰ ਅਸੀਂ ਸਾਰੇ ਸਿਆਸੀ ਸੈਂਟਰਸ ਬਣਾ ਲਿਆ। ਨਹੀਂ ਤਾਂ ਗੁਰੂ ਸਾਹਿਬ ਨੇ ਕੀ ਉਪਦੇਸ਼ ਕੀਤਾ ਔਰ ਅਸੀਂ ਕੀ ਕਰ ਰਹੇ ਹਾਂ? ਗੁਰੂ ਨੇ ਅੱਜ ਇਸ ਪੌੜੀ ਵਿੱਚ ਧੱਦੇ ਅੱਖਰ ਨੂੰ ਸਾਹਮਣੇ ਰੱਖ ਕੇ ਧਰਮ ਦੀ ਗੱਲ ਚਲਾਈ ਹੈ। ਧਰਮ ਬੜਾ ਇੰਟੈਂਸ ਸ਼ਬਦ ਹੈ ਆਪਣੇ ਆਪ ਵਿੱਚ। ਤਾਂ ਇਸ ਕਰਕੇ ਜਦੋਂ ਗੁਰੂ ਅਰਜਨ ਸਾਹਿਬ ਬਹੁਤ ਸਿੰਪਲ ਤਰੀਕੇ ਨਾਲ ਧਰਮ ਨੂੰ ਸਮਝਾਉਂਦੇ ਹਨ ਤਾਂ ਇੱਕ ਬੜੀ ਉੱਤਮ ਜੀ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ। ਸਰਬ ਧਰਮ ਮੇਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਇਸ ਪੰਕਤੀ ਤੋਂ ਇਹ ਗੱਲ ਸਾਫ਼ ਸਮਝ ਆਉਂਦੀ ਹੈ ਕਿ ਕਈ ਧਰਮ ਹਨ, ਧਰਮ ਦੇ ਕਈ ਰੂਪ ਹਨ, ਧਰਮ ਦੇ ਕਈ ਵਿਊ ਪੁਆਇੰਟਸ ਹਨ। ਪਰ ਜਦੋਂ ਗੁਰੂ ਧਰਮ ਦੀ ਗੱਲ ਕਰਦਾ ਹੈ ਤੇ ਉਹ ਸਾਹਮਣੇ ਕਿਸ ਗੱਲ ਨੂੰ ਸਾਹਮਣੇ ਲੈ ਕੇ ਚੱਲਦਾ ਹੈ? ਸਿੱਖ ਧਰਮ ਇਹ ਮਜ਼ਹਬ ਹੈ, ਹਿੰਦੂ ਧਰਮ ਮਜ਼ਹਬ ਹੈ, ਈਸਾਈ ਧਰਮ ਮਜ਼ਹਬ ਹੈ। ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਧਰਮ ਨੂੰ ਇੱਕ ਹੀ ਗਿਣਿਆ ਗਿਆ ਹੈ। ਸਾਰੀ ਦੁਨੀਆ ਦਾ ਇੱਕੋ ਹੀ ਧਰਮ ਹੈ। ਆਈ ਪੰਥੀ ਸਗਲ ਜਮਾਤੀ, ਮਨ ਜੀਤੇ ਜਗਜੀਤ। ਸਗਲ ਜਮਾਤ ਹੈ, ਗੁਰੂ ਕਹਿੰਦਾ ਹੈ ਮੇਰੀ। ਔਰ ਧਰਮ ਕੀ ਹੈ? ਮਨ ਨੂੰ ਜਿੱਤ ਲੈਣਾ ਧਰਮ ਹੈ। ਇਹਦੇ ਕਾਰਨ ਹਨ, ਇਹਨੂੰ ਵਿਚਾਰਦੇ ਹਾਂ, ਥੋੜਾ ਸਮਝ ਲਈਏ। ਗੱਲ ਤਾਂ ਮਹਾਰਾਜ ਉਸੇ ਤੀਰ ਤੇ ਲੱਗਣੀ ਹੈ ਜਿੱਥੇ ਰੋਜ਼ ਲਗਾਉਂਦੇ ਹਾਂ। ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ, ਨਾਨਕ ਤ੍ਰਿਪਤ ਅਗਾਈ। ਇਹ ਸਾਰੀ ਵਿਚਾਰ ਕਰਕੇ ਅਗਰ ਮੈਂ ਪ੍ਰੇਰਿਤ ਹੁੰਦਾ ਹਾਂ ਨਾਮ ਜਪਣ ਲਈ, ਫਿਰ ਤਾਂ ਮੈਂ ਕੁਝ ਗੱਲ ਬਣਾ ਰਿਹਾ ਹਾਂ। ਔਰ ਅਗਰ ਇਹ ਵਿਚਾਰ ਸਿਰਫ ਵਿਚਾਰ ਦੀ ਤਹਿ ਤੇ ਰਹਿ ਗਈ ਹੈ ਤਾਂ ਫਿਰ ਕੁਝ ਸੋਚਣਾ ਬਣਦਾ ਹੈ ਕਿ ਕਰ ਕੀ ਰਹੇ ਹਾਂ। ਗੁਰੂ ਨੂੰ ਕੋਈ ਸਿੱਖ ਮਿਲਦਾ ਹੈ, ਜਨਮਾਂ ਜਨਮਾਂ ਦੀ ਪਿਆਸ ਹੈ, ਪੁਕਾਰਦਾ ਜਾ ਰਿਹਾ ਹੈ, ਆਪਣੇ ਅਧੂਰੇਪਨ 'ਚ ਪਰੇਸ਼ਾਨ ਹੈ। ਇੱਕ ਘੜੀ ਵਿੱਚ ਮਿਲਦਾ ਹੈ ਗੁਰੂ ਨੂੰ ਔਰ ਅਗਲੇ ਘੜੀ ਕੁਝ ਹੋਰ ਬਣ ਜਾਂਦਾ ਹੈ। ਮਹਾਰਾਜ ਨੇ ਕਿਹਾ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਇਸ ਧਰਤੀ ਦੀ ਤਿਆਰੀ ਸੀ, ਇਹ ਇਨਸਾਨ ਤੋਂ ਦੇਵਤਾ ਬਣ ਗਿਆ ਇੱਕ ਖਿਣ ਵਿੱਚ। ਪਰ ਇਹਦੇ ਸਾਹਮਣੇ
ਹੋਰ ਕਈ ਸਿੱਖ ਨੇ ਜਿਹੜੇ ਗੁਰੂ ਦੇ ਨੇੜੇ ਰਹਿੰਦੇ ਹਨ ਔਰ ਉਹਨਾਂ ਦਾ ਜੀਵਨ ਬਦਲਿਆ ਨਹੀਂ ਹੈ। ਉਹ ਗੁਰੂ ਨੂੰ ਦੇਖਣ ਦਾ ਇੱਕ ਨਵਾਂ ਨਜ਼ਰੀਆ ਬਣਾ ਲੈਂਦੇ ਹਨ ਆਪਣਾ, ਕਿ ਮੈਂ ਗੁਰੂ ਦੇ ਨੇੜੇ ਹਾਂ। ਫਿਜ਼ੀਕਲ ਨੇੜਤਾ ਆਪਣੇ ਆਪ ਵਿੱਚ ਵੈਲਿਊ ਰੱਖਦੀ ਹੈ, ਪਰ ਅਲਟੀਮੇਟ ਵੈਲਿਊ ਨਹੀਂ ਰੱਖਦੀ ਹੈ। ਗੌਤਮ ਬੁੱਧ ਦੇ ਸਮੇਂ ਦੀ ਕਥਾ ਹੈ। ਗੌਤਮ ਬੁੱਧ ਦਾ ਇੱਕ ਬੜਾ ਪਿਆਰਾ ਸ਼ਿਸ਼ ਸੀ। ਉਹ ਉਹਨਾਂ ਦਾ ਹੀ ਕਜ਼ਨ ਸੀ, ਆਨੰਦ। ਉਸ ਨੂੰ ਬ੍ਰਹਮ ਗਿਆਨ ਨਹੀਂ ਹੋਇਆ, ਪਰ ਉਹ ਸੀਗਾ ਗੌਤਮ ਬੁੱਧ ਦੇ ਨੇੜੇ, ਬਿਲਕੁਲ ਨਾਲ ਰਹਿੰਦਾ ਸੀ, ਜਿਵੇਂ ਅਟੈਂਡੈਂਟ ਹੁੰਦਾ ਹੈ ਰੋਜ਼ ਦਾ, ਉਹ ਰੋਜ਼ਮर्रा ਦੀ ਦੇਖ ਰੇਖ ਕਰਨੀ। ਤਾਂ ਹਉਮੈ ਪਕੜ ਲੈਂਦੀ ਹੈ। ਇਵੇਂ ਆਨੰਦ ਨੂੰ ਵੀ ਹਉਮੈ ਨੇ ਪਕੜ ਲਿਆ। ਆ ਜੀਵਨ ਗੌਤਮ ਬੁੱਧ ਦੇ ਨਾਲ ਰਿਹਾ, ਗਿਆਨ ਨਹੀਂ ਹੋਇਆ, ਪਰ ਇਹ ਸਮਝਿਆ ਕਿ ਮੈਂ ਗੌਤਮ ਬੁੱਧ ਦੇ ਨੇੜੇ ਹਾਂ, ਮੇਰੇ ਤੋਂ ਨੇੜੇ ਹੋਰ ਕੌਣ ਹੈ। ਗੌਤਮ ਬੁੱਧ ਦਾ ਸਰੀਰ ਛੱਡਣ ਦਾ ਸਮਾਂ ਆ ਗਿਆ ਤਾਂ ਬੜੀ ਚੋਟ ਲੱਗੀ। ਜਿਨ੍ਹਾਂ ਨੂੰ ਬ੍ਰਹਮ ਗਿਆਨ ਹੋਇਆ ਸੀ, ਬੁੱਧ ਨੇ ਉਹਨਾਂ ਨੂੰ ਆਇਡੈਂਟੀਫਾਈ ਕਰ ਦਿੱਤਾ ਔਰ ਉਹਦੇ 'ਚ ਆਨੰਦ ਨਹੀਂ ਸੀ। ਆਨੰਦ ਰੋ ਪਿਆ। ਸਮਝ ਆ ਗਈ ਮੈਂ ਕਰਦਾ ਕੀ ਰਿਹਾ ਹਾਂ। ਰਹਿੰਦਾ ਤਾਂ ਨੇੜੇ ਰਿਹਾ ਹਾਂ, ਪਰ ਕਮਾਇਆ ਨਹੀਂ ਹੈ। ਸੋਚਦਾ ਹਾਂ ਗੁਰੂ ਨੂੰ ਮੈਂ ਰੋਜ਼ ਮਿਲਦਾ ਹਾਂ, ਪਰ ਗੁਰੂ ਨੂੰ ਮਿਲਿਆ ਨਹੀਂ ਹਾਂ। ਆਪਣੇ ਆਪ ਤੇ ਮੈਨੂੰ ਭਰੋਸਾ ਹੈ ਕਿ ਮੈਂ ਗੁਰੂ ਨੂੰ ਜਾਣਦਾ ਹਾਂ, ਪਰ ਮੈਂ ਗੁਰੂ ਨੂੰ ਜਾਣਦਾ ਨਹੀਂ ਹਾਂ। ਇਹ ਆਪਣੇ ਆਪ ਨੂੰ ਭਰੋਸਾ ਕਰ ਲਿਆ ਕਿ ਮੈਂ ਔਰ ਗੁਰੂ ਬੜੇ ਨੇੜੇ ਹਾਂ, ਪਰ ਇਤਨਾ ਨੇੜੇ ਨਹੀਂ ਹੈ। ਮਨ ਦੀ ਦੂਰੀਆਂ ਬੜੀਆਂ ਹਨ। ਬੁੱਧ ਦੇ ਸਰੀਰ ਛੱਡਣ ਤੋਂ ਬਾਅਦ ਫਿਰ ਗਿਆਨ ਹੋਇਆ ਆਨੰਦ ਨੂੰ। ਪਤਾ ਨਹੀਂ ਸਾਡਾ ਇਹ ਭਾਗ ਹੈ ਵੀ ਕਿ ਨਹੀਂ, ਪਰ ਜਿਤਨੀ ਭੁੱਖ ਸਾਡੀ ਹੋਏਗੀ ਉਸ ਅਨੁਸਾਰ ਗੁਰੂ ਨਾਲ ਮਿਲਣ ਹੋਏਗਾ। ਅਗਰ ਮੈਂ ਆਪਣੀ ਭੁੱਖ ਆਤਮਿਕ ਤਲ ਤੱਕ ਨਹੀਂ ਪਹੁੰਚਾ ਪਾ ਰਿਹਾ ਤਾਂ ਫਿਰ ਆਤਮਾ ਵਿੱਚ ਮਿਲਣ ਨਹੀਂ ਹੋਏਗਾ। ਪਿੱਛੇ ਮੈਨੂੰ ਕੋਈ ਮਿਲਣ ਆਏ, ਉਹਨਾਂ ਨੇ ਗੀਤਾ ਤੇ ਕਿਤਾਬ ਲਿਖੀ ਸੀ, ਤੇ ਆਏ ਤੇ ਮਿਲਣ ਮੈਨੂੰ ਇਸ ਕਰਕੇ ਸੀ ਵੀ ਉਹ ਕੰਪੈਰੀਟਿਵ ਰਿਲੀਜਨ ਜਿਵੇਂ ਅੱਜ ਕੱਲ੍ਹ ਚੱਲਦਾ ਹੈ ਉਹਨੂੰ ਸਮਝਣਾ ਚਾਹੁੰਦੇ ਸੀ। ਪਰ ਗੱਲ ਜਦੋਂ ਕਿਸੇ ਨੇ ਧਰਮ ਦੀ ਕਿਤਾਬ ਲਿਖੀ ਹੋਏ ਤਾਂ ਉਸ ਤੋਂ ਜ਼ਿਆਦਾ ਧਰਮ ਬਾਰੇ ਕੌਣ ਜਾਣਦਾ ਹੋ ਸਕਦਾ ਹੈ। ਮੈਂ ਸਿਰਫ ਇੱਕ ਗੱਲ ਪੁੱਛੀ, ਇਹ ਦੋ ਤਰੀਕੇ ਹਨ ਧਰਮ ਨੂੰ ਦੇਖਣ ਦੇ। ਇੱਕ ਤਾਂ ਧਰਮ ਦਾ ਗਿਆਨ ਪ੍ਰਾਪਤ ਕਰ ਲੈਣਾ, ਆਖਰੀ ਅਰਥਾਂ ਵਿੱਚ ਸਮਝ ਲੈਣਾ ਕਿ ਇਹਦਾ ਗਿਆਨ ਕੀ ਹੈ, ਔਰ ਦੂਸਰਾ ਉਸ ਧਰਮ ਨੂੰ ਕਮਾ ਲੈਣਾ। ਤੁਸੀਂ ਕਿਹੜੀ ਦੌੜ 'ਚ ਲੱਗੇ ਹੋ। ਆਖਰੀ ਅਰਥਾਂ ਵਿੱਚ ਤੁਸੀਂ PhD ਬਣ ਸਕਦੇ ਹੋ, ਪਰ ਜ਼ਰੂਰੀ ਨਹੀਂ ਆਪ ਧਰਮ ਨੂੰ ਜਾਣਦੇ ਹੋ। ਧਰਮ ਤੇ ਬਹਿਸ ਕਰ ਲੋਗੇ, ਪਰ ਧਰਮ ਨੂੰ ਜਾਣੋਗੇ ਕਿ ਨਹੀਂ ਇਹ ਕੋਈ ਜ਼ਰੂਰੀ ਗੱਲ ਨਹੀਂ ਹੈ। ਦੂਸਰੀ ਗੱਲ, ਜਿਸ ਨੇ ਧਰਮ ਨੂੰ ਜਾਣ ਲਿਆ ਜ਼ਰੂਰੀ ਨਹੀਂ ਉਹਦੇ ਬਾਰੇ ਬੋਲੇਗਾ, ਚੁੱਪ ਵੀ ਰਹਿ ਸਕਦਾ ਹੈ, ਪਰ ਅਸਲ ਧਰਮ ਉਹ ਜਾਣਦਾ ਹੈ। ਮੈਨੂੰ ਆਪਣੇ ਆਪ ਨੂੰ ਇਹ ਪ੍ਰਸ਼ਨ ਪੁੱਛਣਾ ਚਾਹੀਦਾ ਹੈ, ਮੈਂ ਕਿਹੜੀ ਕਤਾਰ 'ਚ ਲੱਗਿਆ ਹਾਂ, ਧਰਮ ਦੇ ਗਿਆਨ ਵਿੱਚ ਕਿ ਧਰਮ ਦੇ ਕਮਾਣ ਵਿੱਚ। ਅੱਜ ਗੁਰੂ ਨੇ ਧਰਮ ਦੀ ਗੱਲ ਚਲਾਈ ਹੈ, ਧਾਰਮਿਕ ਸਥਾਨਾਂ ਦੇ ਵਿੱਚ ਖੜੇ ਹੋ ਕੇ ਚਲਾ ਰਹੇ ਹਨ। ਲਾਜ਼ਮੀ ਗੱਲ ਹੈ ਕਿ ਉਸ ਧਾਰਮਿਕ ਸਥਾਨ ਤੇ ਧਰਮ ਦੀ ਕਮਾਈ ਨਹੀਂ ਹੋ ਰਹੀ, ਇਸ ਕਰਕੇ ਗੁਰੂ ਕਰਦਾ ਹੈ, ਨਹੀਂ ਤਾਂ ਲੋੜ ਕੀ ਹੈ। ਆਪ ਸਮਝ ਰਹੇ ਮੇਰੀ ਗੱਲ। ਅਸੀਂ ਇਸ ਸੁਸਾਇਟੀ 'ਚ ਪੁਲਿਸ ਰੱਖਦੇ ਹਾਂ, ਇਹਦਾ ਮਤਲਬ ਹੈ ਚੋਰੀ ਹੈ, ਨਹੀਂ ਤਾਂ ਪੁਲਿਸ ਦੀ ਲੋੜ ਕੀ ਹੈ। ਅਸੀਂ ਇਸ ਸੁਸਾਇਟੀ ਵਿੱਚ ਨਿਆਂਪਾਲਿਕਾ ਲਾਅ
ਕੋਰਟਸ ਚਲਾਉਂਦੇ ਹਾਂ ਲਾਅ ਦੇ, ਇਹਦਾ ਮਤਲਬ ਹੈ ਕਿ ਨਿਆਂ ਨਹੀਂ ਹੋ ਰਿਹਾ, ਨਹੀਂ ਤਾਂ ਲੋੜ ਕੀ ਹੈ। ਇਸੇ ਤਰ੍ਹਾਂ ਜਦੋਂ ਇੱਕ ਧਾਰਮਿਕ ਸੈਂਟਰ ਓਂਕਾਰੇਸ਼ਵਰ ਦੇ ਵਿੱਚ ਖੜੇ ਹੋ ਕੇ ਗੁਰੂ ਨਾਨਕ ਸਾਹਿਬ ਧਰਮ ਦੀ ਗੱਲ ਕਰਦੇ ਹਨ, ਇਹਦਾ ਮਤਲਬ ਹੈ ਕਿ ਇਹ ਲੋਕ ਧਰਮ ਨੂੰ ਜਾਣਦੇ ਨਹੀਂ ਹਨ। ਦੇ ਆਰ ਬੀਟਿੰਗ ਅਬਾਊਟ ਦ ਬੁਸ਼। ਮੈਂ ਉਸ ਕਗਾਰ 'ਚ ਨਾ ਪਾਵਾਂ, ਇਹ ਮੈਨੂੰ ਦੇਖਣਾ ਹੈ, ਨਹੀਂ ਤਾਂ ਇਸ ਦੁਨੀਆ ਵਿੱਚ ਆ ਕੇ ਮੈਂ ਆਪਣਾ ਹੀ ਨੁਕਸਾਨ ਕਰ ਜਾਵਾਂਗਾ, ਦੂਸਰੇ ਦਾ ਤੇ ਕੀ ਨੁਕਸਾਨ ਹੋਏਗਾ। ਇਹ ਬਹੁਤ ਵੱਡੀ ਗਲਤੀ ਹੈ ਔਰ ਅਸੀਂ ਸਾਰੇ ਕਰਦੇ ਹਾਂ। ਸੰਤਾਂ ਦਾ ਗੜਵਈ ਸੰਤਾਂ ਤੋਂ ਜ਼ਿਆਦਾ ਗਿਆਨ ਰੱਖਦਾ ਹੈ, ਅਗਰ ਉਹ ਸੰਤ ਦੇ ਧਿਆਨ ਵਿੱਚ ਹੋਏ ਤਾਂ। ਗੱਲ ਨੂੰ ਪਕੜਨਾ ਆਪ। ਅਗਰ ਸਿੱਖ ਨੇ ਗੁਰੂ ਦਾ ਧਿਆਨ ਪੂਰਾ ਕਰ ਲਿਆ ਤਾਂ ਉਹ ਗੁਰੂ ਦਾ ਰੂਪ ਹੋ ਜਾਂਦਾ ਹੈ। ਇਹੀ ਗੱਲ ਖਾਲਸੇ ਦੀ ਰੀਤ ਵਿੱਚ ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਕਹੀ ਹੈ, ਖਾਲਸਾ मेरो रूप है खास, ਖਾਲਸੇ में हूं करो निवास। ਇਹ ਕੌਣ ਖਾਲਸਾ ਹੈ? ਦੋ ਕੰਡੀਸ਼ਨਸ ਮਹਾਰਾਜ ਨੇ ਦਸੀਆਂ ਹਨ। ਪੂਰਨ ਜੋਤ ਜਗੇ ਘਟ में तब खालस ताहे ना खालस जाने। ब्रह्म ज्ञानी है खालसा, पूरी जोत जगदी है ਉਹਦੇ 'ਚ। दूसरी कंडीशन महाराज ने दसी है, आत्म रस जय जानिए सो है खालस देव। दोनों ਇੱਕੋ ਚੀਜ਼ ਹਨ। वैसे जो खालसा आत्मा ਦੇ रस ਨੂੰ ਜਾਣਦਾ ਹੈ, महाराज ਕਹਿੰਦੇ ਨੇ ਉਹਦੇ 'ਚ ਔਰ ਮੇਰੇ 'ਚ ਕੋਈ ਭੇਦ ਨਹੀਂ ਹੈ। ਗੱਲ ਸਮਝਣੀ ਹੈ महाराज। ਗੁਰੂ ਗੋਬਿੰਦ ਸਿੰਘ ਸਾਹਿਬ महाराज ਕਹਿੰਦੇ ਨੇ, ਮੈਂ ਕਿੱਥੇ ਰਹਿ ਰਿਹਾ? ਮੈਂ ਆਪਣੇ ਖਾਲਸੇ ਦੇ ਵਿੱਚ ਰਹਿੰਦਾ ਹਾਂ। समय ਦੀ ਕੋਈ ਬੰਧਨ ਨਹੀਂ ਹੈ, ਜਗ੍ਹਾ ਦੀ ਕੋਈ ਬੰਧਨ ਨਹੀਂ ਹੈ। ਸਮਝ ਰਹੇ ਆਪ? ਕੋਈ ਵੀ ਸਥਾਨ ਨਹੀਂ ਹੈ ਜਿੱਥੇ ਗੁਰੂ ਨਹੀਂ ਹੈ, ਕੋਈ ਵੀ ਸਮਾਂ ਨਹੀਂ ਹੈ ਜਿੱਥੇ ਗੁਰੂ ਨਹੀਂ ਹੈ, ਪਰ ਮੇਰੇ ਜੀਵਨ ਵਿੱਚ ਗੁਰੂ ਹਾਜ਼ਰ ਨਹੀਂ ਹੈ। ਇਹਦਾ ਕਾਰਨ ਕੀ ਹੈ? ਮੈਨੂੰ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਹੈ। ਇਹਦਾ ਦੋਸ਼ ਮੇਰੇ ਤੇ ਵਿੱਚ ਹੈ, ਗੁਰੂ 'ਚ ਨਹੀਂ ਹੈ। ਗੁਰੂ ਤਾਂ ਮਿਲਣ ਦੀ ਆਸ ਵਿੱਚ ਬੈਠਾ ਹੈ। ਮਹਾਰਾਜ ਦਾ ਇੱਕ ਸ਼ਬਦ ਹੈ, ਮੇਰੇ ਅੰਤਰ ਲੋਚਾ ਮਿਲਣ ਕੀ। ਮੇਰੇ ਅੰਦਰ ਵਿੱਚ ਅਗਰ ਲੋਚਾ ਹੋਏ, ਲੋੜ ਹੋਏ, ਭੁੱਖ ਹੋਏ ਮਿਲਣ ਦੀ, ਤਾਂ ਮਿਲਣ ਹੋਏਗਾ ਮਹਾਰਾਜ, ਔਰ ਜ਼ਰੂਰ ਹੋਏਗਾ। ਗੁਰੂ ਹੈ ਇਹਦੇ ਬਾਰੇ ਬਿਲਕੁਲ ਭੇਦ ਸਪਸ਼ਟ ਕਰਦਾ ਹੈ ਕਿ ਅਗਰ ਮੇਰੇ ਮਨ ਵਿੱਚ ਭੁੱਖ ਹੈ ਗੁਰੂ ਨੂੰ ਮਿਲਣ ਦੀ, ਤਾਂ ਗੁਰੂ ਨਾਲ ਮਿਲਣ ਹੋਏਗਾ। ਪਰ ਅਗਰ ਉਹ ਮਿਲਣ ਦੀ ਭੁੱਖ ਨਹੀਂ ਹੈ, ਤਾਂ ਮੈਂ ਕੀ ਲੱਭ ਰਿਹਾ ਹਾਂ ਉਹ ਵੀ ਮੈਨੂੰ ਜਾਣਨਾ ਚਾਹੀਦਾ ਹੈ। ਆਈ ਮਸਟ ਨੋ ਮਾਈ ਰਿਐਲਿਟੀ। ਅਸੀਂ ਮੈਪ ਦੇਖਦੇ ਹਾਂ ਤਾਂ ਮੈਪ ਦੇਖਦੇ ਸਮੇਂ ਉੱਥੇ ਲਿਖਿਆ ਹੁੰਦਾ ਹੈ, ਹੇਅਰ ਆਈ ਐਮ, ਤੁਸੀਂ ਇੱਥੇ ਹੋ। ਕਿਉਂਕਿ ਜਿੱਥੇ ਅਸੀਂ ਹਾਂ, ਅਸੀਂ ਉੱਥੋਂ ਹੀ ਟੁਰਨਾ ਸ਼ੁਰੂ ਕਰਨਾ ਹੈ। ਐਂਡ ਸਮਟਾਈਮਸ ਇਟ ਡਜ਼ ਨਾਟ ਮੈਟਰ ਹਾਊ ਫਾਰ ਵੀ ਆਰ, ਬਟ ਹਾਊ ਸਿੰਸੀਅਰ ਵੀ ਆਰ, ਦੈਟ ਮੈਟਰਸ। ਅਗਰ ਮੈਂ ਪ੍ਰਣ ਕਰ ਲਿਆ ਕਿ ਮੈਂ ਰਾਹ ਲੱਭਣਾ ਹੈ, ਤਾਂ ਇਹ ਫਰਕ ਨਹੀਂ ਪੈਂਦਾ ਮੈਂ ਕਿੰਨੀ ਦੂਰ ਹਾਂ। ਕਈ ਵਾਰੀ ਨੇੜੇ ਹੁੰਦੇ ਮੈਂ ਭੁੱਲ ਜਾਂਦਾ ਹਾਂ, ਕਈ ਵਾਰੀ ਦੂਰ ਹੁੰਦੇ ਮੈਨੂੰ ਰਾਹ ਮਿਲ ਜਾਂਦਾ ਹੈ, ਅਗਰ ਮੈਂ ਸਿੰਸੀਅਰ ਹਾਂ। ਗੁਰੂ ਨੇ ਧਰਮ ਦੀ ਗੱਲ ਚਲਾਈ ਹੈ। ਗੁਰੂ ਕਹਿੰਦਾ ਹੈ, ਤਦੇ ਧਰਮ ਤਰੇ ਧਰਮਾਪੁਰ। ਤਦੇ ਅੱਖਰ ਨੂੰ ਸਾਹਮਣੇ ਰੱਖ ਕੇ ਮਹਾਰਾਜ ਨੇ ਕਿਹਾ ਹੈ, ਧਰਮ ਨੂੰ ਧਾਰਨ ਕਰਨਾ ਹੈ। ਆਪ ਨਾਲ ਮੈਂ ਵਿਚਾਰ ਕੀਤੀ ਕਿ ਕਈ ਅਰਥ ਦੱਸੇ ਹਨ ਧਰਮ ਦੇ ਮਹਾਨ ਕੋਸ਼ ਵਿੱਚ। ਸਭ ਤੋਂ ਉੱਤਮ ਅਰਥ ਇਹਦੇ 'ਚ ਹੈ, ਜੋ ਸੰਸਾਰ ਨੂੰ ਧਾਰਨ ਕਰਦਾ ਹੈ, ਜੋ ਸ਼ਕਤੀ ਸੰਸਾਰ ਨੂੰ ਧਾਰਨ ਕਰਦੀ ਹੈ, ਜਿਹਦੇ ਕਰਕੇ ਸੰਸਾਰ ਹੈ, ਜਿਸ ਦੇ ਆਧਾਰ ਵਿੱਚ ਵਿਸ਼ਵ ਖੜਾ ਹੈ। ਨਾਮ ਆਧਾਰ ਹੈ, ਇਹ ਧਰਮ ਬਣਦਾ ਹੈ। ਫਿਰ ਇਹਦੇ ਹੋਰ ਅਨੇਕ ਅਰਥ ਹਨ, ਪਰ ਬਹੁਤ ਰੈਲੇਵੈਂਟ ਇੱਕ ਹੋਰ ਅਰਥ ਬਣਦਾ ਹੈ ਜਿਸ ਨੂੰ ਫਰਜ਼ ਕਿਹਾ ਹੈ, ਡਿਊਟੀ। ਇੱਕ ਪਿਤਾ ਦਾ ਧਰਮ ਕੀ ਹੈ, ਮਾਤਾ ਦਾ ਧਰਮ ਕੀ ਹੈ, ਬੱਚੇ ਦਾ ਧਰਮ ਕੀ ਹੈ, ਇਹ ਵੱਖਰਾਵਨ ਹੋ ਗਿਆ ਹੈ। ਇਹ ਡਿਊਟੀ ਹੈ। ਇਹ ਦੂਸਰਾ ਅਰਥ ਬਣਦਾ ਹੈ। ਤੀਸਰਾ ਅਰਥ ਦਾ ਮਜ਼ਹਬ ਹੈ। ਜਿਵੇਂ
हिंदू मुस्लिम सिख ईसाई रिवाज रीति नियम ਇਹਦਾ ਪੰਜਵਾਂ ਅਰਥ ਬਣਦਾ ਹੈ। ਇਨਸਾਫ ਨਿਆਏ ਛੇਵਾਂ ਬਣਦਾ ਹੈ। ਸੁਭਾਅ ਜੋ ਉਹਦਾ ਨੇਚਰ ਹੈ, ਇਹਨੂੰ ਸਮਝਣਾ। ਲੱਕੜੀ ਦਾ ਨੇਚਰ ਕੀ ਹੈ, ਲੋਹੇ ਦਾ ਨੇਚਰ ਕੀ ਹੈ, ਇਵੇਂ ਇਨਸਾਨ ਦਾ ਨੇਚਰ ਕੀ ਹੈ। ਮੂਵਿੰਗ ਮਾਈਂਡ ਤੋਂ ਪਰੇ ਦਾ ਜਿਹੜਾ ਮਨ ਹੈ, ਉਹਦਾ ਨੇਚਰ ਕੀ ਹੈ, ਜਿਸ ਨੂੰ ਮਹਾਰਾਜ ਨੇ ਸਹਿਜ ਕਿਹਾ। ਦਇਆ, ਧਰਮ, ਇਹ ਸਭ ਨੇਚਰ ਹੈ ਉਸ ਇਨਸਾਨ ਦਾ ਜਿਹਨੇ ਆਪਣੇ ਅੰਤਰ ਮਨ ਵਿੱਚ ਵਾਸਾ ਕਰ ਲਿਆ, ਸਹਿਜ ਨੂੰ ਜਾਣ ਲਿਆ। ਮਹਾਰਾਜ ਕਹਿੰਦੇ ਨੇ ਕਿ ਪ੍ਰਕਿਰਤੀ ਸੁਭਾਅ, ਇਹ ਹੁਣ ਇਹਦਾ ਇੱਕ ਅਰਥ ਹੋਰ ਬਣਦਾ ਹੈ। ਇਹ ਬੜੀ ਪਿਆਰੀ ਡੈਫੀਨੇਸ਼ਨ ਬਣਦੀ ਹੈ ਇਨਸਾਨ ਦੀ। ਇਨਸਾਨ ਦਾ ਫਰਜ਼ ਕੀ ਹੈ ਫਿਰ, ਸੁਭਾਅ ਕੀ ਹੈ। ਪੇੜ ਦਾ ਸੁਭਾਅ ਕੀ ਹੈ, ਉਹ ਜਿਵੇਂ ਗਰੋ ਕਰਦਾ ਹੈ, ਲੱਕੜੀ ਹੈ, ਪੱਤੇ ਨੇ, ਜੜ੍ਹਾਂ ਨੇ, ਇਹ ਪੇੜ ਦਾ ਸੁਭਾਅ ਹੈ। ਇਨਸਾਨ ਦਾ ਸੁਭਾਅ ਕੀ ਹੈ, ਇਨਸਾਨ ਦੇ ਮਨ ਦਾ ਸੁਭਾਅ ਕੀ ਹੈ, ਜੋ ਸਾਡੇ ਸਾਰਿਆਂ ਦਾ ਸੁਭਾਅ ਹੈ, ਜੋ ਅਨਚੇਂਜਿੰਗ ਹੈ, ਜੋ ਸਦਾ ਲਈ ਹੈ। ਉਹ ਆਨੰਦ ਹੈ ਮਹਾਰਾਜ। ਇਹ ਧਰਮ ਦੀ ਗੱਲ ਚੱਲ ਰਹੀ ਹੈ। ਫਿਰ ਧਰਮ ਰਾਜ ਹੋਰ 3-4 ਅਰਥ ਦੇ ਬਣਦੇ ਹਨ। ਮਹਾਰਾਜ ਕਹਿੰਦੇ ਹਨ ਕਿ ਧਰਮ ਨੂੰ ਧਾਰਨ ਕਰਨਾ ਹੈ। ਤਦੇ ਧਰਮ ਧਰੇ, ਆਪਣੇ ਆਪ ਨੂੰ ਧਰਮ ਨੂੰ ਜਾਣਨਾ ਹੈ। ਇਹਦਾ ਅਰਥ ਬਣਦਾ ਹੈ ਨਾਮ ਦੇ ਅਭਿਆਸ ਵਿੱਚ ਬੈਠਣਾ ਹੈ। ਫਿਰ ਕੀ ਕਰਨਾ ਹੈ ਮਹਾਰਾਜ? ਦੂਸਰਾ ਹੈ ਧਰਮਾਪੁਰ। ਧਰਮਾਪੁਰ ਦਾ ਅਰਥ ਬਣਦਾ ਹੈ ਸੰਗਤ ਕਰਨਾ, ਇੱਕ ਸਥਾਨ ਮਨ ਦੀ ਜਿੱਥੇ ਧਰਮ ਕਮਾਇਆ ਜਾਂਦਾ ਹੈ, ਉਹ ਸਟੇਟ ਆਫ ਮਾਈਂਡ। ਤਦੇ ਧਰਮ ਧਰੇ ਧਰਮਾਪੁਰ। ਮੈਂ ਨਾਮ ਜਪਦਾ ਹਾਂ ਔਰ ਸੰਗਤ ਵਿੱਚ ਜਪਦਾ ਹਾਂ। ਸੰਗਤ ਸੁਭਾਵਿਕ ਲਈ ਬੜੀ ਜ਼ਰੂਰੀ ਹੈ, ਗਰਾਊਂਡਿੰਗ ਐਨਰਜੀ ਹੈ ਸਾਡੀ। ਮੈਨੂੰ ਯਾਦ ਨਹੀਂ ਹੈ ਤੀਜੀ ਪਾਤਸ਼ਾਹੀ ਜਾਂ ਚੌਥੀ ਪਾਤਸ਼ਾਹੀ ਜਦੋਂ ਗੁਰਗੱਦੀ ਦੇ ਰਹੇ ਸਨ, ਤਾਂ ਸੂਰਜ ਪ੍ਰਕਾਸ਼ ਗ੍ਰੰਥ 'ਚ ਇੱਕ ਬੜਾ ਪਿਆਰਾ ਬਚਨ ਲਿਖਿਆ ਹੈ, ਗੁਰੂ ਨੂੰ ਉਪਦੇਸ਼ ਕਰਦਾ ਹੈ, ਬੁੱਢੇ ਦੀ ਸੰਗਤ ਨਾ ਛੱਡੀ। ਗੁਰੂ ਹੈ, ਗੁਰਗੱਦੀ ਦੇ ਰਹੇ ਹਨ ਗੁਰੂ ਨੂੰ। ਮੈਨੂੰ ਲੱਗਦਾ ਗੁਰੂ ਅਮਰਦਾਸ ਸਨ ਸ਼ਾਇਦ। ਤਾਂ ਉਹ ਗੁਰੂ ਰਾਮਦਾਸ ਮਹਾਰਾਜ ਨੂੰ ਬਚਨ ਕਰਦੇ ਹਨ ਕਿ ਬੁੱਢੇ ਦੀ ਸੰਗਤ ਨਾ ਛੱਡੀ, ਯਾਨੀ ਗਿਆਨੀ ਦੀ ਸੰਗਤ ਨਾ ਛੱਡੀ, ਨਾਮ ਅਭਿਆਸੀ ਦੀ ਸੰਗਤ ਨਾ ਛੱਡੀ। ਗੁਰੂ ਕਹਿ ਰਿਹਾ ਹੈ ਗੁਰੂ ਨੂੰ। ਸਾਡੀ ਤੁਹਾਡੀ ਕੀ ਬਿੱਤ ਹੈ? ਸਾਨੂੰ ਇਹੀ ਗੱਲ ਸਮਝਣੀ ਹੈ ਕਿ ਜੀਵਨ ਵਿੱਚ ਨਾਮ ਅਭਿਆਸ ਔਰ ਨਾਮ ਦੀ ਸੰਗਤ, ਇਹ ਦੋ ਗੱਲਾਂ ਜੀਵਨ ਨੂੰ ਡਿਫਾਈਨ ਕਰਦੀਆਂ ਹਨ। ਇਹਦੇ ਕੋਰ ਵਿੱਚ, ਉਸ ਧਰਮ ਵਿੱਚ ਜਿਹੜਾ ਮੈਂ ਧਾਰਨ ਕੀਤਾ ਹੈ, ਉਸ ਮਨ ਨੂੰ ਜਾਣਨ ਲਈ ਜੋ ਮੇਰਾ ਕੋਰ ਨੇਚਰ ਹੈ, ਮੇਰਾ ਸੁਭਾਅ ਹੈ, ਜਿਸ ਨੂੰ ਮਹਾਰਾਜ ਕਹਿੰਦੇ ਨੇ ਕਿ ਸਹਿਜ ਹੈ, ਜਿੱਥੇ ਆਨੰਦ ਹੈ, ਉਸ ਮਨ ਦੀ ਅਵਸਥਾ ਵਿੱਚ ਜਿੱਥੇ ਜੋਤ ਹੈ, ਉਸ ਮਨ ਦੀ ਅਵਸਥਾ ਵਿੱਚ ਜਿੱਥੇ ਵਿਕਾਰ ਨਹੀਂ ਹਨ, ਹਉਮੈ ਨਹੀਂ ਹੈ, ਨਾਮ ਹੈ, ਉਸ ਮਨ ਦੀ ਅਵਸਥਾ ਵਿੱਚ ਜਿੱਥੇ ਸਟੇਬਿਲਿਟੀ ਹੈ, ਸਦਾ ਦੀ ਗੱਲ ਚੱਲਦੀ ਹੈ। ਜਦੋਂ ਵੀ ਗੁਰੂ ਸਦਾ ਦੀ ਗੱਲ ਚਲਾਉਂਦਾ ਹੈ ਤੇ ਮਨ ਦੀ ਉਸ ਅਵਸਥਾ ਦੀ ਗੱਲ ਚਲਾਉਂਦਾ ਹੈ। ਇਹ ਸਰੀਰ ਸਦਾ ਨਹੀਂ ਹੈ, ਇਹ ਪਰਿਵਾਰ ਸਦਾ ਨਹੀਂ ਹੈ, ਇਹ ਜੀਵਨ ਜੋ ਮਿਲਿਆ ਹੈ ਸਦਾ ਨਹੀਂ ਹੈ। ਜੋ ਸਦਾ ਲਈ ਨਹੀਂ ਹੈ, ਜਿਸ ਨੂੰ ਸਦਾ ਲਈ ਅਸੀਂ ਨਹੀਂ ਜਾਣਿਆ ਹੈ, ਉਹ ਹੈ ਮੇਰੇ ਅੰਤਰ ਦੇ ਕੋਰ ਵਿੱਚ, ਮੇਰੇ ਅਭਿਆਸ ਵਿੱਚ, ਮੇਰੇ ਨਿਰੰਤਰ ਲੱਭਣ ਵਿੱਚ ਉਹ ਲੱਭਦਾ ਹੈ। ਬਾਕੀ ਸਭ ਕੁਝ ਮੈਨੂੰ ਅੱਜ ਹੈ ਕੱਲ ਨਹੀਂ ਵਾਲੀ ਗੱਲ ਹੈ। ਚਾਹੇ ਉਹ ਸਰੀਰ ਹੈ, ਚਾਹੇ ਉਹ ਜੀਵਨ ਹੈ, ਚਾਹੇ ਉਹ ਰੋਜ਼ਮर्रा ਦਾ ਵਪਾਰ ਹੈ, ਚਾਹੇ ਬੱਚੇ ਨੇ, ਪਰਿਵਾਰ ਹੈ, ਜੋ ਵੀ ਹੈ, ਉਹ ਸਭ ਸਦਾ ਲਈ ਨਹੀਂ ਹੈ।
ਤਾਂ ਉਹ ਮੇਰਾ ਸੁਭਾਵ ਨਹੀਂ ਹੈ, ਉਹ ਸਿਰਫ ਪਰਦਾ ਹੈ ਮੇਰੇ ਅੱਗੇ। ਮੇਰਾ ਸਦਾ ਲਈ ਸੁਭਾਵ ਕੀ ਹੈ, ਜਿਹੜਾ ਮੇਰੇ ਕੋਰ ਵਿੱਚ ਬੈਠਾ ਹੈ, ਮੇਰੀ ਬੁਨਿਆਦ ਵਿੱਚ ਹੈ ਜੀਵਨ ਦੀ। ਮਹਾਰਾਜ ਸਾਨੂੰ ਅੰਤਰ ਵੱਲ ਪ੍ਰੇਰਦੇ ਹਨ, ਕਿਉਂਕਿ ਅੰਤਰ ਵਿੱਚ ਇੱਕ ਇਹੋ ਜਿਹੀ ਗੱਲ ਛਿਪੀ ਹੈ ਜਿਹੜੀ ਮੈਨੂੰ ਨਿਰੰਕਾਰ ਨਾਲ ਜੋੜਦੀ ਹੈ, ਮੇਰੇ ਧਰਮ ਨਾਲ ਜੋੜਦੀ ਹੈ। ਅੱਜ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਬਦ ਅਭਿਆਸ ਕਰਦੇ ਸੀਗੇ ਮਹਾਰਾਜ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੇ ਸੰਗ ਸਮਾਈ। ਮੇਰੇ ਨਾਲ ਜੋ ਚੀਜ਼ ਰਹਿੰਦੀ ਹੈ, ਮਹਾਰਾਜ ਕਹਿੰਦੇ ਹਨ, ਲੱਭਣ ਕਿੱਥੇ ਜਾ ਰਹੇ ਹਾਂ, ਤੇਰੇ ਨਾਲ ਹੈ ਉਹ, ਤੇਰੇ ਕੋਲ ਹੈ ਉਹ। ਮੇਰੇ ਨਾਲ ਹੈ ਪਰ ਮੈਨੂੰ ਉਹਦਾ ਗਿਆਨ ਨਹੀਂ ਹੈ, ਮੇਰੇ ਕੋਲ ਹੈ ਪਰ ਮੈਨੂੰ ਪਤਾ ਨਹੀਂ ਹੈ ਕਿੱਥੇ ਹੈ। ਪੋਹਪ ਮਦ ਜੋ ਬਾਸ ਬਸਤ ਹੈ, ਮੁਕਰ ਮਾਏ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ। ਜਿਵੇਂ ਇੱਕ ਫੁੱਲ ਵਿੱਚ ਖੁਸ਼ਬੂ ਸਦਾ ਰਹਿੰਦੀ ਹੈ, ਦੋਨੋਂ ਵੱਖਰੇ ਨਹੀਂ ਕਰ ਸਕਦੇ ਹਾਂ। ਜਿਵੇਂ ਸ਼ੀਸ਼ੇ ਦੇ ਵਿੱਚ ਪ੍ਰਤੀਬਿੰਬ ਰਿਫਲੈਕਸ਼ਨ ਇਟਰਨਲ ਪ੍ਰੋਸੈਸ ਹੈ ਉਹਦਾ, ਉਹਨੂੰ ਅਸੀਂ ਅਲੱਗ ਨਹੀਂ ਕਰ ਸਕਦੇ ਹਾਂ। ਮਹਾਰਾਜ ਕਹਿੰਦੇ ਨੇ, ਤੈਸੇ ਹੀ ਹਰ ਵਸੇ ਨਿਰੰਤਰ। ਇਵੇਂ ਹਰੀ ਮੇਰੇ ਨਾਲ ਵਸਦਾ ਹੈ, ਔਰ ਨਾਲ ਇੱਕ ਉਪਦੇਸ਼ ਕਰਦੇ ਹਨ ਜੋ ਅਸੀਂ ਭੁੱਲਦੇ ਹਾਂ, ਘੱਟ ਹੀ ਖੋਜੋ ਪਾਈ। ਅੰਤਰ ਜਾਣਾ ਹੈ ਮਹਾਰਾਜ। ਔਰ ਅਗਰ ਇਹ ਧਰਮਾਪੁਰ ਦੀ ਗੱਲ ਨੂੰ ਅਸੀਂ ਜ਼ਿਆਦਾ ਡੂੰਘਾ ਵਿਚਾਰਾਂਗੇ ਤਾਂ ਉਹਦਾ ਅਰਥ ਵੀ ਅੰਤਰ ਜਾਣਾ ਬਣੇਗਾ, ਕਿਉਂਕਿ ਸੰਗਤ ਵੀ ਬਾਹਰ ਹੋ ਰਹੀ ਹੈ ਫਿਜ਼ੀਕਲ, ਪਰ ਅਕਸ ਤਾਂ ਉਹਦੇ ਮਨ 'ਚ ਪੈਂਦਾ ਹੈ। ਜਿਹੜੀ ਸੰਗਤ ਦਾ ਅਕਸ ਮਨ ਵਿੱਚ ਪਏਗਾ ਉਹੀ ਨਿਰੰਤਰ ਸੰਗਤ ਹੈ, ਜਿੱਥੇ ਨਾਮ ਮਨ ਨੂੰ ਜਿੱਤਣ ਵਿੱਚ ਲੱਗ ਜਾਏਗਾ। ਧਰਮ ਕਮਾਣਾ ਹੈ ਮਹਾਰਾਜ। ਫਿਰ ਕੀ ਹੋਏਗਾ? ਮਹਾਰਾਜ ਕਹਿੰਦੇ ਨੇ, ਗੁਣਕਾਰੀ ਮਨ ਧੀਰਾ। ਫਿਰ ਮਨ ਖਲੋ ਜਾਏਗਾ, ਥਿਰ ਹੋ ਜਾਏਗਾ। ਸਾਡੇ ਕੋਲ ਕੋਈ ਡਿਫਿਕਲਟ ਪ੍ਰਸ਼ਨ ਆਉਂਦਾ ਹੈ ਔਰ ਆਲੇ ਦੁਆਲੇ ਲੋਕ ਸ਼ੋਰ ਕਰਦੇ ਹਨ, ਤਾਂ ਅਸੀਂ ਕਹਿੰਦੇ ਹਾਂ, ਥੋੜਾ ਠਹਿਰ ਜਾ, 2 ਮਿੰਟ ਮੈਨੂੰ ਦੇ ਦੇ। ਕਿਉਂ ਕਹਿੰਦੇ ਹਾਂ? ਅਸੀਂ ਮਨ ਨੂੰ ਥਿਰ ਕਰਨਾ ਚਾਹੁੰਦੇ ਹਾਂ, ਮਨ ਡਿਸਟਰਬ ਨਾ ਰਹੇ, ਮਨ ਦੀ ਪੂਰੀ ਐਨਰਜੀ ਫੋਕਸ ਰਹੇ ਜਿਸ ਸਬਜੈਕਟ ਤੇ ਮੈਂ ਧਿਆਨ ਕਰਨਾ ਹੈ ਉਸ ਤੇ। ਇਵੇਂ ਜੀਵਨ ਹੈ। ਮੈਂ ਜੀਵਨ ਵਿੱਚ ਬਹੁਤ ਡਿਸਟਰੈਕਟਡ ਰਵਾਂਗਾ ਤਾਂ ਮੈਂ ਉਹਨਾਂ ਚੀਜ਼ਾਂ ਦਾ ਧਿਆਨ ਨਹੀਂ ਕਰਾਂਗਾ ਜੋ ਅਸੈਂਸ਼ੀਅਲ ਹਨ ਮੇਰੀਆਂ। ਔਰ ਉਸ 'ਚੋਂ ਸਭ ਤੋਂ ਅਸੈਂਸ਼ੀਅਲ ਚੀਜ਼ ਕਿਹੜੀ ਹੈ? ਗੁਰੂ ਨੇ ਉਹ ਡਿਫਾਈਨ ਕਰ ਦਿੱਤਾ ਹੈ ਮੈਨੂੰ। ਰਾਮ ਸਿਮਰ, ਰਾਮ ਸਿਮਰ, ਇਹੀ ਤੇਰੋ ਕਾਜ ਹੈ। ਇਹ ਤੇਰੀ ਜੜ੍ਹਾਂ ਦੇ ਵਿੱਚ ਹੈ ਸਾਰੀ। ਪੇੜ ਮਰ ਜਾਏਗਾ, ਜੜ ਨਹੀਂ ਮਰੇਗੀ। ਜੜ ਮਰ ਗਈ ਤਾਂ ਪੇੜ ਮਰ ਜਾਏਗਾ। ਗੱਲ ਤਾਂ ਸਾਰੀ ਉਹ ਹੈ ਕਿ ਮੈਂ ਆਤਮਾ ਤੱਕ ਜਾਣਾ ਹੈ। ਮੈਨੂੰ ਗੁਰੂ ਦਾ ਮਿਲਣ ਉੱਥੇ ਹੀ ਹੋਏਗਾ। ਅੱਜ ਕੱਲ੍ਹ ਲੋਕ ਮੈਡੀਟੇਸ਼ਨ ਸਿਖਾਉਂਦੇ ਹਨ। ਰਾਤ ਦੇ ਹਨੇਰੇ ਵਿੱਚ ਜਦੋਂ ਅਸੀਂ ਅਭਿਆਸ ਕਰਦੇ ਹਾਂ, ਉਸ ਤੋਂ ਡੂੰਘੀ ਮੈਡੀਟੇਸ਼ਨ ਮੈਨੂੰ ਨਹੀਂ ਲੱਗਦਾ ਕੋਈ ਹੈ। ਕਿਸੇ ਨੂੰ ਨਹੀਂ ਪਤਾ ਹੈ ਕੌਣ ਆ ਰਿਹਾ, ਕੌਣ ਜਾ ਰਿਹਾ ਹੈ। ਔਰ ਸਾਨੂੰ ਸਾਰਿਆਂ ਨੂੰ ਇਹ ਪ੍ਰੇਰਨਾ ਹੋਣੀ ਚਾਹੀਦੀ ਹੈ ਕਿ ਅਸੀਂ ਇਸ ਅਭਿਆਸ ਨੂੰ ਕਰੀਏ। ਰੋਜ਼ ਨਹੀਂ ਕਰ ਪਾ ਰਹੇ, ਕੁਛ ਦਿਨ ਕਰੀਏ। ਚੜ੍ਹਦੀ ਕਲਾ ਜੀਵਨ ਦੀ ਅੰਮ੍ਰਿਤ ਵੇਲੇ ਨੂੰ ਕਮਾਉਣ ਦੀ ਹੈ। ਹੋਰ ਕੋਈ ਕੰਡੀਸ਼ਨ ਨਹੀਂ ਹੈ ਜਿੱਥੋਂ ਸਾਨੂੰ ਉਸ ਆਤਮਾ ਦਾ ਰਾਹ ਖੁੱਲੇਗਾ। ਔਰ ਗੁਰੂ ਨੇ ਇਹਨੂੰ ਹਲਕਾ ਨਹੀਂ ਕਿਹਾ ਹੈ। ਬੜੇ ਕਰੜੇ ਸ਼ਬਦ ਵਰਤੇ ਹਨ। ਪਿਛਲ ਰਾਤ ਨਾ ਜਾਗਿਓ, ਜੀ ਬੰਧੜੋ ਮੋਇਓ। ਜਿੰਦਾ ਹੋਇਆ ਮਰਿਆ ਇਨਸਾਨ ਹੈ ਜਿਹੜਾ ਪਿਛਲੀ ਰਾਤ ਨਹੀਂ ਜਾਗਦਾ। ਸੁਰਤ ਨੂੰ ਔਰ ਸ਼ਬਦ ਨੂੰ ਕਮਾਣਾ ਹੈ, ਉਹ ਆਈਡੀਅਲ ਸਮਾਂ ਹੈ। ਮਹਾਰਾਜ ਕਹਿੰਦੇ ਹਨ ਕਿ ਇਹ ਗੁਣਕਾਰੀ ਮਨ ਧੀਰਾ। ਮਨ ਨੂੰ ਅਗਰ ਪ੍ਰਸ਼ਨ ਉੱਠਦਾ ਹੈ, ਮਨ ਸਥਿਰ ਨਹੀਂ ਹੁੰਦਾ ਮਹਾਰਾਜ। ਮਨ ਚੱਲਦਾ ਰਹਿੰਦਾ ਹੈ। ਮਨ ਦਾ ਕੀ ਕਰੀਏ? ਤਾਂ ਗੁਰੂ ਕਹਿੰਦਾ, ਸੰਗਤ ਕਰ, ਸੰਗਤ ਵਿੱਚ ਅਭਿਆਸ ਕਰ।
जिस संगत में अभ्यास करेगा मन थिर होना शुरू हो जाएगा। और अजकल संगत दे भी राह हुण जिस तरह असीं हुण करदे हां, ਇਹ हुण संगत दा ही रस्ता है। इत्थे शब्द दी विचार चलदी है और शब्द दा ध्यान करना है। दो गल्लां ने। महाराज सानू उपदेश करते हैं कि गुण जदों मिलणगे, जदों आप संगत करेगा तो गुण मिलणगे। गुणकारी मन तीरा, फिर वो गुण मिलणगे जिहदे नाल मन थिर जाएगा, मन स्टेबल हो जाएगा, मन अनमूविंग होएगा, वेवरिंग माइंड नहीं रहेगा, अहरण मत वल तुर पेगा मन। बिना अहरण मत कमाए धर्म नहीं कमाया जाएगा। महाराज अज किसी ने डॉक्टर बनना है तो 17 साल की तपस्या करनी पैंदी है। मन वेवरिंग नहीं हो सकता। वेवरिंग होएगा तो 17 साल का तप नहीं कोई कर पाएगा। इस तरह धर्म की गल है महाराज, ये इंटेंसिटी की लोड़ है। और इंटेंसिटी अगर होएगी तो खिण विच खोल देगा। एक खिण विच दरवाजे खुल जाएंगे। और इंटेंसिटी नहीं होएगी तो साडा हाल भी आनंद वर्गा होएगा। आनंद नूं तो फिर ज्ञान हो गया, पर सानू शायद वो भी ना होए। आसा दी वार विच भी चाकर बारे जदों गुरु ने गल चलाई तो वो यही समझा रहे हैं कि चाकर अपने विवाद में चलता है, गुरु नूं नहीं मनता है, तो गुरु का ज्ञान किवें होएगा। महाराज कहते हैं तद्दे तूल पड़े मुख मस्तक। फिर तद्दे शब्द नूं वरत्या है। साधु दी धूड़ मिल जाए अपने मस्तक ते लग जाए। महाराज कहते हैं धूल पड़े मुख मस्तक, साधु दी धूड़ मिल जाए मेरे मस्तक नूं लग जाए। कंचन भये मनूरा, तो फिर मनूरा है जो जंगाल सड़िया हुआ लोहा, वो सोना बन गया। जिवें मेरा मन हौमे दे विच जदों ग्रस्त है तो इस तरह है जिवें लोहा जंगाल पकड़िया होए, खराब हो गया होए, गलिया होए, खत्म हो रहा होए, वो सोना बन गया है। पर इसका अर्थ की है? ये मस्तक ते तोड़ लगे, इत्थे बड़ा सौखा काम है। अगर कोई पूर्ण पुरुष होए तो वो मट्टी लैके अपने मस्तक ते लगा लीए। मेरे भाव विच इहदा अर्थ है निकलदा है कि अपने मन नूं त्याग के साधु की बिरती नूं मन विच बिठा लईए, गुरु की मत नूं मन विच बिठाइए, अपनी मत नूं छड़ दईए। ਇਹਦਾ ਇਹ मतलब बनता है। क्योंकि जब मैं किसी की धूड़ नूं मस्तक ते लगा रहा हाँ तो मैं ये कह रहा हाँ कि मेरा मन त्याग्या जाए और आप दा मन मेरा मन बन जाए, ब्रह्म ज्ञान दा मन मेरा मन बन जाए और जो मेरा मन है वह त्याग्या जाए। यह मैं मन रहा, ਇਹਦਾ मतलब यह बनता है। धूड़ नूं मस्तक ते लगाना मतलब इस गल नूं मनना है कि मैं जिथे खड़ा हाँ उत्थे मैनूं ज्ञान नहीं है, मैनूं आप दे चरनां दा ज्ञान चाहिदा है, आप दे मन दी रेवलेशन मैनूं चाहिदी है। यह किरपा मेरे ते करो। मैं चुक रहा हाँ इसलिए कि मैं कुछ लेना है, उत्तम वस्तु लैनी है। सब तो उत्तम वस्तु दुनिया दी है, वो लैनी है। तो फिर की होंदा है महाराज? फिर मन जिहड़ा विकारां नाल ग्रस्त है, डिवाइडेड है, परेशान है, व्याकुल है, वो फिर उडारी मारदा है। सगल तजीन गगन दौड़ाऊं, अपने विचार असवारी कीजे, सहज के पावड़े पग तर लीजे। भगत कबीर की कथा है, उन्होंने कोल कोई घोड़ा लैके गया है। महाराज कहते हैं मेरे को तो घोड़ा है, तू क्यों ले आया मेरे लिए?
ਤਾਂ ਸ਼ਿਸ਼ ਕਹਿੰਦਾ ਮਹਾਰਾਜ 1.25 ਲੱਖ ਦਾ ਘੋੜਾ ਲਿਆਇਆ ਹਾਂ, ਤੇ ਤੁਸੀਂ ਕਹਿੰਦੇ ਹੋ ਕਿਉਂ ਲਿਆਇਆ ਹੈ, ਮੈਂ ਤੇ ਕੋਈ ਘੋੜਾ ਦੇਖਿਆ ਨਹੀਂ ਤੁਹਾਡੇ ਕੋਲ। ਇਹ ਸ਼ਬਦ ਉਦੋਂ ਮਹਾਰਾਜ ਨੇ ਬਖਸ਼ਿਆ ਹੈ। चल रे बैकुंठ तुझे ले तारों, जे हिच हैं ता प्रेम के चाबुक मारो। घोड़े की गल चलती है, मन ते सवार होके उसते दसम द्वार ते चलन की गल चलती है। अपने विचार असवारी कीजे, सहज के पावड़े पग तर लीजे। महाराज गल की है कि असी मन नूं एकागर करना है, थिर करना है, जो अज गुरु कह रहा है इत्थे कि मन नूं थिर करना है। दूसरी गल गुरु करता है कि अपने इस मन नूं त्यागना है, जिहड़ा मैनूं जो परेशान करता है, थॉट्स नूं जिसने मैनूं घेरिया होया है, इस परदे रूप मन नूं त्यागना है। मैं गुरु दे मन नूं लैना है, गुरु दे मत नूं लैना है। वो तां ही होएगा जब मैं मनांगा कि मैं मैप च हाले बड़ी दूर हाँ, मेरा मन काबू च नहीं है, मेरा मन मैं जित नहीं पा रहा हाँ, तो मैं इनू अर्पण कर दियांगा गुरु अगे। मन बेचे सतगुर के पास, कितनी बार असी विचारी है महाराज गल है। मन बेचे सतगुर के पास ते सेवक के कारज रास। मन नूं खोजना और मन नूं अर्पण करना एको गल बनती है। जब मन नूं मैं खोजांगा तो मन दिखेगा नहीं कित्थे है, शरीर नूं कट दियांगा मन नहीं लभेगा। इसी तरह जब मैं अंतर जाके मन नूं लभांगा तो मन नहीं लभेगा की है। विचार गिर गए तो मन गया, बस उत्थे फिर चलते हो मन राखे अमृत चाखे। यह चलता होया मन त्यागया गया महाराज, तो अमृत बरखा आएगी। फिर यह निशानी है गुरु नूं मिलण दी, आनंद दी बरखा है महाराज। महाराज कहने धन धरनी तर आप अजोनी। हुण निरंकार की गल नाल विच महाराज चलाते हैं। धन है वो जिसने धरनी नूं तारिया है, जिसने सृष्टि नूं बनाया है। आप अजोनी है, जोना विच नहीं आंदा, वो आप शरीर च नहीं आंदा है, किसी भी जोन च नहीं आंदा है। जोनी विच तोल बोल सच पूरा, वो तोलिया नहीं जा सकता, और बोलन विच अगर बोलिया जाए तो वो पूरा सच है। अल्लाह पाकं पाक है, शक करो जे दूसर होए। जदों निरंकार की गल करते हैं महाराज तो परतक करते हैं, जिवें सामने खड़ा होए, कोई दूर की गल नहीं है। करते एक ही मित करता जाने। जदों ब्राह्मण ने उपदेश किया सी, महाराज नूं दस्सिया होना है कि ब्रह्मा किवें बनिया, फिर ब्रह्मा विष्णु की लड़ाई हुई, ब्रह्मा का सिर कट दिता। यह सब गल सृष्टि की बनत की गल चलती है। जिथे एक अंडा होया 1000 दिन लई, यह क्रिएशन बारे गल चली है जो वेदां च लिखी है। मैनूं लगदा इत्थे महाराज हुण उसनूं एड्रैस कर रहे हैं नाल नाल। करते की मित करता जाने। करते दी जेड़ी सत रियलिटी है, करते दी जेड़ी क्रिएशन है, करते दी जो चाल है, जो दी बनत है, जो दी होंद है, वो सिर्फ वही जानता है। कह जाने गुरसूरा, या फिर गुरु सूरा जानता है। कह जाने। इस पंक्ति विच एक कथा जुड़ी है। गुरु गोबिंद सिंह महाराज के समय की गल है। सिख उन्होंने पंज ग्रंथी एक किताब गुटका हुंदा सी, पंज ग्रंथी, जिहदे विच बाणियां विच एक ओंकार की बाणी नाल रोज़ का अभ्यास हुंदा सी सिखां दा।
ਤੇ ਕਿਸੇ ਸਿੱਖ ਨੇ ਮਹਾਰਾਜ ਦੇ ਨੇੜੇ ਉੱਚਾ ਉੱਚਾ ਬਾਣੀ ਨੂੰ ਪੜ੍ਹਦਾ ਸੀ। ਤਾਂ ਪੜ੍ਹਦੇ ਸਮੇਂ ਉਸਨੇ ਪੜ੍ਹਿਆ, ਕਰਤੇ ਕੀ ਮਿਤ ਕਰਤਾ ਜਾਣੇ, ਕਿ ਜਾਣੇ ਗੁਰਸੂਰਾ। ਕਿ ਦਾ ਮਤਲਬ ਬਣਦਾ ਹੈ ਗੁਰੂ ਨਹੀਂ ਜਾਣਦਾ, ਔਰ ਕਹਿ ਦਾ ਅਰਥ ਬਣਦਾ ਹੈ ਜਾਂ ਤਾਂ ਨਿਰੰਕਾਰ ਜਾਣਦਾ ਹੈ ਜਾਂ ਗੁਰੂ ਸੂਰਾ ਜਾਣਦਾ ਹੈ। ਤਾਂ ਮਹਾਰਾਜ ਨੇ ਆਪਣੇ ਸਿੱਖ ਨੂੰ ਭੇਜਿਆ ਕਿ ਜਾ ਕੇ ਉਹਨੂੰ ਸਮਝਾਓ, ਬਾਣੀ ਸ਼ੁੱਧ ਪੜ੍ਹੇ। ਇੱਕ ਚੋਂ ਦੂਸਰੀ ਗੱਲ ਹੋਈ, ਜੋ ਪੜ੍ਹਦਾ ਸੀ ਫਿਰ ਸਾਹਮਣੇ ਆਇਆ, ਤਾਂ ਮਹਾਰਾਜ ਨੂੰ ਉਸਨੇ ਲਾਂਭਾ ਦਿੱਤਾ ਕਿ ਮੈਨੂੰ ਤੰਗ ਕਰਦਾ ਸੀ ਬਾਣੀ ਪੜ੍ਹਦੇ ਸਮੇਂ। ਤਾਂ ਮਹਾਰਾਜ ਨੇ ਗੱਲ ਸਮਝਾਈ ਕਿ ਤੂੰ ਇਹ ਪੰਕਤੀ ਗਲਤ ਪੜ੍ਹਦਾ ਹੈ, ਇੱਕ ਅੱਖਰ ਨਾਲ ਸਾਰਾ ਅਰਥ ਬਦਲੀ ਹੋ ਜਾਂਦਾ ਹੈ। ਕਰਤੇ ਕੀਮਤ ਕਰਤਾ ਜਾਣੇ, ਕਹਿ ਜਾਣੇ ਗੁਰਸੂਰਾ। ਜਾਂ ਜਾਣਦਾ ਹੈ ਗੁਰੂ ਸੂਰਾ, ਜਾਂ ਜਾਣਦਾ ਹੈ ਕਰਤਾ। ਤਾਂ ਬਾਣੀ ਦੇ ਅਰਥ ਨਾ ਬਦਲੀਏ, ਅਸੀਂ ਇਹ ਵੀ ਧਿਆਨ ਕਰਨਾ ਹੈ ਜਦੋਂ ਬਾਣੀ ਪੜ੍ਹਦੇ ਹਾਂ। ਗੱਲ ਮਹਾਰਾਜ ਨੇ ਅੱਜ ਧਰਮ ਦੀ ਚਲਾਈ ਹੈ। ਧਰਮਾਪੁਰ ਮੇਰੇ ਅੰਦਰ ਦਾ ਇਨਵਾਇਰਮੈਂਟ ਬਣ ਸਕਦਾ ਹੈ। ਇਸ ਨੂੰ ਮੈਂ ਇੱਕ ਤਰ੍ਹਾਂ ਨਾਲ ਡਿਫਾਈਨ ਕਰਾਂ ਤਾਂ ਇਹ, ਅਗਰ ਕੋਈ ਸਮਝਣਾ ਚਾਹੇ, ਸਮਝਣ ਵਾਸਤੇ ਸਵਰਗ ਬਣਦਾ ਹੈ ਕਿ ਮਨ ਦੇ ਵਿੱਚ ਇੱਕ ਸਵਰਗ ਚੱਲਦਾ ਹੈ। ਔਰ ਜੋ ਅੱਜ ਦਾ ਮੇਰੇ ਮਨ ਦਾ ਹਾਲ ਹੈ ਉਹ ਤਾਂ ਮੈਨੂੰ ਪਤਾ ਹੀ ਹੈ, ਨਰਕ ਹੈ ਉਹ। ਜਿਸ ਮਨ ਦੇ ਵਿੱਚ ਸਦਾ ਮੂਵਿੰਗ ਇਨਵਾਇਰਮੈਂਟ ਹੋਏਗਾ, ਜਿੱਥੇ ਤ੍ਰਿਸ਼ਨਾ ਹੋਏਗੀ, ਉਹ ਅੱਗ ਬਲੇਗੀ ਤ੍ਰਿਸ਼ਨਾ ਦੀ। ਜਿਸ ਮਨ ਵਿੱਚ ਸਥਿਰਤਾ ਨਹੀਂ ਰਹੇਗੀ, ਸਹਿਜ ਦੇ ਦਰਸ਼ਨ ਨਹੀਂ ਹੋਣਗੇ, ਉਹ ਮਨ ਜਿਹੜਾ ਹੈ ਉਹ ਇੱਕ ਨਰਕ ਦੀ ਤਰ੍ਹਾਂ ਹੈ, ਇੱਕ ਜੇਲ੍ਹ 'ਚ ਅਸੀਂ ਫਸੇ ਹਾਂ ਜਿਵੇਂ। ਇਹ ਮੇਰੇ ਅੱਜ ਦਾ ਮਨ ਦਾ ਇਨਵਾਇਰਮੈਂਟ ਹੈ। ਗੁਰੂ ਦੀ ਗੱਲ ਚੱਲਦੀ ਹੀ ਤਾਂ ਹੈ ਕਿ ਮੈਂ ਇਸ ਇਨਵਾਇਰਮੈਂਟ ਨੂੰ ਬਦਲਣਾ ਚਾਹੁੰਦਾ ਹਾਂ। ਮੈਂ ਆਪਣੇ ਅੰਤਰ ਦੇ ਮਾਹੌਲ ਨੂੰ, ਹਵਾ ਨੂੰ ਬਦਲਣਾ ਚਾਹੁੰਦਾ ਹਾਂ। ਮੈਂ ਕੁਝ ਹੋਰ ਇਨਵਾਇਰਮੈਂਟ ਬਣਾਉਣਾ ਚਾਹੁੰਦਾ ਹਾਂ ਅੰਤਰ ਵਿੱਚ, ਜਿੱਥੇ ਪੀਸ ਹੈ, ਸਹਿਜ ਹੈ, ਦੁੱਖ ਨਹੀਂ ਹੈ, ਪਰੇਸ਼ਾਨੀ ਨਹੀਂ ਹੈ, ਜਿੱਥੇ ਸਦਾ ਵਿਕਾਸ ਹੈ, ਜਿੱਥੇ ਆਨੰਦ ਹੈ, ਜਿੱਥੇ ਗਲਤੀ ਨਹੀਂ ਹੈ, खौफ न खता न तर्ज ज़वाल, लॉस नहीं है जिथे, डर नहीं है जिथे। गुरु सानू उपदेश करते हैं उस मन नूं लभण लई, धर्म नूं कमाना और संगत करन लई। एक तो धर्म नूं कमाण दा और संगत करन दा मतलब यह हो गया, जदों मैं कहना मैं रोज़ जाना गुरुद्वारे, तो मैं गुरुद्वारे की परिक्रमा करदा हाँ, महाराज कोल मत्था टेकदा हाँ। वो अपनी जगह है पर वो साध संगत नहीं है, एक तरह का वो रिचुअल जिहा बन गया है। मैं अपने होमे नूं संभालण वास्ते एक विधि कढ़ ली है कि मैं गुरुद्वारे भी रोज़ जाना हाँ। महाराज गुरुद्वारा मन विच बनिया कि नहीं बनिया वो गल अलग है, क्योंकि महाराज कहते गुरुद्वारे लाई भावनी, एक ना 10वां द्वार दिखाया। ਜਦੋਂ ਅਸੀਂ ਗੁਰਦੁਆਰੇ ਭਾਵਨਾ ਨਾਲ ਜਾਵਾਂਗੇ ਤੇ 10ਵਾਂ ਦੁਆਰ ਖੁੱਲ ਜਾਏਗਾ। ਮੈਟਾਫਿਜ਼ਿਕਸ ਜਿਹੜੀ ਹੈ ਉਹ ਨਾਲ ਨਾਲ ਚੱਲਦੀ ਹੈ ਮਹਾਰਾਜ। ਜੋ ਨਹੀਂ ਦਿਖ ਰਿਹਾ, ਉਹ ਜੋ ਦਿਖ ਰਿਹਾ ਉਸ ਤੋਂ ਜ਼ਿਆਦਾ ਠੋਸ ਹੈ। ਮੈਨੂੰ ਬਜ਼ੁਰਗ ਦੱਸਦੇ ਸੀ 3/4 ਦੁਨੀਆ ਦਿਖਦੀ ਨਹੀਂ ਹੈ, ਸਿਰਫ 1/4 ਦਿਖਦੀ ਹੈ। जो रियलिटी है, जो सदा है, यह सुपने तो परे है। नानक हर गुण गायल है। तो महाराज प्रेरदे हैं हरि दे गुण गा, संगत कर, धर्म कमा, धर्मापुर बना अपने जीवन नू, संगत कर। ताकि अंतर झाकी मारेगा तो तीर्थ इशनान कर लेगा। सुनिए मनिए मन कीता पाओ, सुनिए मनिए मन कीता पाओ, अंतरगत तीर्थ मलना हो। अंतर दी गति विच तीर्थ इशनान हो जाएगा। सियाणियां दी गल है महाराज।
ਗੁਰੂ ਇੱਕ ਰਾਹ ਬਖਸ਼ਦਾ ਹੈ ਜੀਵਨ ਦਾ, ਜਿਹੜਾ ਸਦਾ ਦੇ ਵਿਕਾਸ ਦੇ ਰਸਤੇ ਖੋਲ੍ਹਦਾ ਹੈ। ਮੈਂ ਆਪਣੇ ਜੀਵਨ ਵਿੱਚ ਉਸ ਨੂੰ ਕਮਾ ਸਕਾਂ, ਇਹ ਅਰਦਾਸ ਮੈਂ ਨਾਲ ਨਾਲ ਕਰਨੀ ਹੈ। ਦੋਸ਼ੀ ਤਾਂ ਅਸੀਂ ਸਾਰੇ ਹਾਂ, ਪਾਪ ਤਾਂ ਅਸੀਂ ਸਾਰਿਆਂ ਨੇ ਕਮਾਇਆ ਹੈ, ਪਰ ਪਾਪ ਦੇ ਕਮਾਉਣ ਤੋਂ ਬਾਅਦ ਅਗਰ ਕਿਸੇ ਨੇ ਧਿਆਨ 'ਚ ਅਧਿਆਤਮ ਕਮਾ ਲਿਆ ਤਾਂ ਉਹ ਜੀਵਨ ਦਾ ਸਿਖਰ ਪ੍ਰਾਪਤ ਕਰ ਲਿਆ। ਮਹਾਰਾਜ, ਸਾਡੇ ਨਾਲ ਜਿਹੜੀ ਵਸਤੂ ਚੱਲਦੀ ਹੈ, ਜਿਸ ਨੂੰ ਗੁਰੂ ਨੇ ਕਿਹਾ ਜਿਸ ਵੱਖਰ ਕੋ ਲੈਣ ਤੋਂ ਆਇਆ। ਸਿੱਧਾ ਨੇ ਬਹੁਤ ਪਿਆਰੀ ਗੱਲ ਪੁੱਛੀ ਗੁਰੂ ਨਾਨਕ ਸਾਹਿਬ ਨੂੰ, ਮਹਾਰਾਜ ਤੁਸੀਂ ਕਿਉਂ ਇਹ ਟੁਰਦੇ ਫਿਰਦੇ ਹੋ ਸਾਰਾ ਦਿਨ, ਕਿੱਥੇ ਹੈ ਭੇਸ, ਕਿਸ ਕਾਰਨ ਗ੍ਰਹਿ ਤਜੇ ਉਦਾਸੀ, ਕਿਸ ਕਾਰਨ ਵੇਖ ਨਿਵਾਸੀ, ਇਹ ਤੁਸੀਂ ਆਪਣਾ ਵੇਖ ਬਦਲੀ ਕਰਕੇ ਘਰਾਂ 'ਚ ਛੱਡ ਕੇ ਕਿੱਥੇ ਲੱਭਦੇ ਫਿਰਦੇ ਹੋ, ਕਾਹਦੇ ਵਾਸਤੇ? ਜੋ ਗੁਰੂ ਦਾ ਜਵਾਬ ਸੀ ਬਹੁਤ ਕਮਾਲ ਦਾ ਜਵਾਬ ਹੈ। ਮਹਾਰਾਜ ਕਹਿੰਦੇ ਗੁਰਮੁਖ ਖੋਜਤ ਪਏ ਉਦਾਸੀ। ਗੁਰੂ ਕਹਿੰਦਾ ਮੈਂ ਤਾਂ ਲੱਭ ਰਿਹਾ ਹਾਂ ਕਿ ਮੇਰੇ ਸਿੱਖ ਜਾਂ ਕੋਈ ਜਿਗਿਆਸੂ ਹੈਣ ਤੇ ਉਹਨਾਂ ਨੂੰ ਇਕੱਠਾ ਕਰਾਂ, ਮੈਂ ਧਰਮਾਪੁਰ ਬਣਾਵਾਂ, ਮੈਂ ਉਹਨਾਂ ਨੂੰ ਜਗਾਵਾਂ। ਗੁਰਮੁਖ ਖੋਜਤ ਪਏ ਉਦਾਸੀ। ਅਸੀਂ ਉਸ ਕੈਟੇਗਰੀ ਵਿੱਚ ਆਈਏ ਕਿ ਨਾ ਆਈਏ, ਅਸੀਂ ਗੁਰੂ ਨੂੰ ਪੁਕਾਰੀਏ। ਜੇ ਸੁਖ ਕੋ ਚਾਹੇ ਸਦਾ ਸਰਨ ਰਾਮ ਕੀ ਲੈ। ਧਰਮਾਪੁਰ, ਜਿਸ ਨੂੰ ਜਪਜੀ ਸਾਹਿਬ ਵਿੱਚ ਮਹਾਰਾਜ ਨੇ ਧਰਮਸਾਲ ਵੀ ਸਮਝਾਇਆ ਸੀ ਸਾਨੂੰ। ਮੈਂ ਬੱਦੀ ਸੱਚ ਧਰਮਸਾਲ ਹੈ, ਗੁਰਸਿੱਖਾ ਲਹਿਦਾ ਪਾਲ ਕੇ। ਮੈਂ ਤੇ ਧਰਮਸਾਲ ਬਣਾਈ ਹੈ, ਗੁਰੂ ਦੇ ਸਿੱਖਾਂ ਨੂੰ ਪਾਲ ਕੇ ਲੱਭਦਾ ਹਾਂ ਕਿੱਥੇ ਨੇ, ਉਹਨਾਂ ਨੂੰ ਇਕੱਠਾ ਕਰਦਾ ਹਾਂ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਉਪਦੇਸ਼ ਹੈ, ਉਹਨਾਂ ਦਾ ਸ਼ਬਦ ਹੈ, ਗੁਰੂ ਅਰਜਨ ਸਾਹਿਬ ਮਹਾਰਾਜ ਦਾ ਸ਼ਬਦ ਹੈ। ਇਹ ਜੀਵਨ ਬੜੇ ਉੱਤਮ ਹਨ ਮਹਾਰਾਜ। ਅਸੀਂ ਇਹਨਾਂ ਜੀਵਨ ਦੀ ਪ੍ਰੇਰਨਾ ਵਿੱਚ ਆਪਣੇ ਜੀਵਨ ਨੂੰ ਬਦਲੀ ਕਰੀਏ। ਅਸੀਂ ਵੀ ਸ਼ਬਦ ਨੂੰ ਕਮਾਈਏ, ਮਨ ਨੂੰ ਘੜੀਏ, ਉੱਤਮ ਰਸ ਨੂੰ ਪ੍ਰਾਪਤ ਕਰ ਸਕੀਏ, ਜਿਸ ਨੂੰ ਮਹਾਰਾਜ ਆਤਮ ਰਸ ਕਹਿੰਦੇ ਹਨ। ਜੋ ਮੈਂ ਬਾਹਰ ਖੋਜ ਰਿਹਾ ਹਾਂ ਉਹ ਮੇਰੇ ਅੰਦਰ ਹੈ। ਇਹ ਭਰਮ ਤਾਂ ਹੀ ਮਿਟੇਗਾ ਜਦੋਂ ਮੈਂ ਅੰਤਰ ਦਾ ਗਿਆਨ ਪ੍ਰਾਪਤ ਕਰ ਲਵਾਂਗਾ, ਨਹੀਂ ਤੇ ਭਟਕਦਾ ਹੀ ਰਵਾਂਗਾ ਮਹਾਰਾਜ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਧੰਨਵਾਦ ਹੈ। ਸਾਹਿਬ ਜ਼ੋਰਾਵਰ ਸਿੰਘ, ਸਾਹਿਬ ਫਤਿਹ ਸਿੰਘ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। ਅੱਜ ਦੀ ਬਾਣੀ ਦੀ ਵਿਚਾਰ ਮਹਾਰਾਜ, ਭੁੱਲਾਂ ਚੁੱਕਾਂ ਖਿਮਾ ਕਰ ਦੇਣਾ, ਇਤਨੀ ਵਿਚਾਰ ਪ੍ਰਵਾਨ ਕਰਨਾ। ਗੁਰੂ ਦੀ ਕਿਰਪਾ ਹੈ, ਨਜ਼ਰ ਹੈ, ਪ੍ਰੇਰਨਾ ਹੈ ਕਿ ਆਪ ਦੇ ਦਰਸ਼ਨ ਹੁੰਦੇ ਹਨ। ਸ਼ਬਦ ਦੀ ਕੁਝ ਗੱਲ ਚੱਲਦੀ ਹੈ ਮਹਾਰਾਜ, ਮਨ ਦੀ ਹਵਾ ਬਦਲਦੀ ਹੈ ਥੋੜੀ। ਮੁਝ ਪਾਪੀ ਕੀ ਗਤ ਪਾਏ। ਆਪ ਨੇ ਕਿਰਪਾ ਕੀਤੀ ਹੈ, ਸੁਧਾਰ ਜ਼ਰੂਰ ਕਰਨਾ ਹੈ ਮਹਾਰਾਜ। ਪ੍ਰਸ਼ਨ ਜਾਂ ਦੱਸਣਾ ਚਾਹੋ, ਬੋਲਣਾ ਚਾਹੋ, ਜ਼ਰੂਰ ਕਰਨਾ। ਅਖੀਰ 'ਚ ਆਨੰਦ ਸਾਹਿਬ ਦੀ 6ਵੀਂ ਪੌੜੀ ਪੜ੍ਹਾਂਗੇ। ਸੰਗਤ 'ਚੋਂ ਬੇਨਤੀ ਹੈ ਜ਼ਰੂਰ ਕੋਈ ਆ ਕੇ ਪੜ੍ਹੇ। ਆਪ ਕਾਫੀ ਸ਼ੁੱਧ ਬਾਣੀ ਪੜ੍ਹਦੇ ਹੋ, ਸਾਨੂੰ ਵੀ ਬਾਣੀ ਸ਼ੁੱਧ ਪੜ੍ਹਨ ਸੁਣਨ ਦੇ ਮੌਕਾ ਮਿਲੇਗਾ। ਆਪ 'ਚੋਂ ਇੱਕ ਇੱਕ ਕਰਕੇ ਸਾਰੇ ਪੜ੍ਹੋ ਤਾਂ ਚੰਗਾ ਰਹੇਗਾ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।